ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੌਇਸ ਆਫ ਮਾਨਵਤਾ ਚੈਨਲ ਦੇ ਉੱਤੇ ਸਾਰਿਆਂ ਦਾ ਸਵਾਗਤ ਹੈ। ਮੈਂ ਭਾਈ ਮਨਦੀਪ ਸਿੰਘ ਅਮਰੀਕਾ ਤੋਂ। ਅੱਜ ਅਸੀਂ ਇੱਕ ਵਿਸ਼ੇਸ਼ ਦਿਨ ਮਨਾਉਣ ਜਾ ਰਹੇ ਹਾਂ। ਦੋ ਸ਼ਖਸੀਅਤਾਂ ਜੋ ਸਭ ਤੋਂ ਪਹਿਲਾਂ ਸ਼ਹੀਦ ਊਧਮ ਸਿੰਘ ਜੀ ਦੀ ਗੱਲ ਕਰਦੇ ਹਾਂ। ਸ਼ਹੀਦ ਊਧਮ ਸਿੰਘ, ਅੱਜ ਉਹਨਾਂ ਦਾ ਸ਼ਹੀਦੀ ਦਿਵਸ ਹੈ। ਅੱਜ ਦੇ ਦਿਨ ਲੰਡਨ ਦੇ ਕਿੰਗਸਟਨ ਹਾਲ ਦੇ ਵਿੱਚ ਉਹਨਾਂ ਨੇ ਜੋ ਅੰਗਰੇਜ਼ ਆਫੀਸਰ ਮਾਈਕਲ ਉਡਵਾਇਰ ਨੂੰ ਗੋਲੀ ਮਾਰੀ ਸੀ, ਉਹਦੇ ਸਬੰਧ ਦੇ ਵਿੱਚ ਉਹਨਾਂ ਨੂੰ ਅੱਜ ਦੇ ਦਿਨ ਫਾਂਸੀ ਦੀ ਸਜ਼ਾ ਜਿਹੜੀ ਹੈਗੀ ਉਹਦੀ ਪੂਰੀ ਹੋਈ ਸੀ ਤੇ ਉਹਨਾਂ ਨੇ ਅੱਜ ਦੇ ਦਿਨ ਜਾਮੇ ਸ਼ਹਾਦਤ ਕੀਤਾ ਸੀ। ਤੇ ਅੱਜ ਬੜਾ ਵਿਸ਼ੇਸ਼ ਦਿਨ ਹੈ। ਅਸੀਂ ਸ਼ਹੀਦ ਊਧਮ ਸਿੰਘ ਜੀ ਦੇ ਜੀਵਨ ਦੇ ਬਾਰੇ ਵੀ ਚਰਚਾ ਕਰਨੀ ਹੈ ਤੇ ਇਹਦੇ ਨਾਲ ਨਾਲ ਜੋ ਸਾਡਾ ਹਿੰਦੁਸਤਾਨੀ ਸੰਗੀਤ ਹੈ ਉਹਦੇ ਵਿੱਚ ਇੱਕ ਅਲੱਗ ਹੀ ਮੁਕਾਮ ਰੱਖਣ ਦੇ ਵਾਲੇ ਜਿਹੜੇ ਸ਼੍ਰੀ ਮੁਹੰਮਦ ਰਫੀ ਸਾਹਿਬ ਹੈ, ਉਹਨਾਂ ਦੀ ਵੀ ਅੱਜ ਡੈਥ ਐਨਵਰਸਰੀ ਹੈ। ਅਸੀਂ ਪ੍ਰੋਗਰਾਮ ਦੇ ਲਾਸਟ ਵਿੱਚ ਉਹਨਾਂ ਨੂੰ ਵੀ ਯਾਦ ਕਰਾਂਗੇ ਇਸੇ ਤਰੀਕੇ ਦੇ ਨਾਲ। ਤੇ ਸਭ ਤੋਂ ਪਹਿਲਾਂ ਸ਼ਹੀਦ ਊਧਮ ਸਿੰਘ ਜੀ ਦੀ ਗੱਲ ਕਰਦੇ ਹਾਂ ਸ਼ੁਰੂ। ਮੈਂ ਸਭ ਤੋਂ ਪਹਿਲਾਂ ਸਰਦਾਰ ਰਜਿੰਦਰ ਸਿੰਘ ਜੀ ਦੇ ਕੋਲ ਜਾਊਂਗਾ ਕਿ ਉਹ ਸ਼ਹੀਦ ਊਧਮ ਸਿੰਘ ਜੀ ਦੇ ਬਾਰੇ ਜਿਹੜੇ ਹੈਗੇ ਆਪਣੇ ਵਿਚਾਰਾਂ ਦੀ ਸ਼ੁਰੂਆਤ ਜਿਹੜੀ ਹੈਗੀ ਆ ਸਰਦਾਰ ਰਜਿੰਦਰ ਸਿੰਘ ਜੀ ਕਰਨ। ਵਾਹਿਗੁਰੂ ਜੀ ਕੀ ਫਤਿਹ। सब ना पहले तो वॉइस ऑफ मानवता चैनल का बहुत बहुत धन्यवादी हैं जिन्होंने कि जिन्ने भी हीरोज है ने हैं जी, या साढ़े जिन्ने भी रोल मॉडल है ने पंजाब के, खासकर पंजाबी और पंजाबी भाईचारे नाल जुड़े, इन्हां सब नूं भी लिया और दो खास शख्सियतां जिन्हां दी अज डेथ एनिवर्सरी है, अज असीं दोनां नूं याद करना है। ते सब ने पहले शहीद ऊधम सिंह जी की गल करिए ते शहीद ऊधम सिंह जिहड़े ने वो मैं एक गल कहना, जे शहीद ऊधम सिंह ये वरतारा ना वरतदे ना जी, जनरल डायर तो गोली ना मारते, ये पंजाबियां दी जिहड़ी अणख है ना, अणख हाँ जी बहुत वड्डी ढाल लगी हुई अज साडा एक रिकॉर्ड है कि जिन्हां ने भी साडे ते जुल्म कीता ते असीं उन्हां नूं अपने जिहड़ा ना उन्हां नूं थल्ले लाया है। ते जिहड़ा एक जो गदरी बाबे की टीम जिहड़ी कि जिहड़े कि 26 दिसंबर 1893 ਨੂੰ ਜੰਮੇ ਪੰਜਾਬ ਦੇ ਵਿੱਚ, ਤੇ ਇਹਨਾਂ ਨੂੰ ਜੋ ਉਸ ਸਾਕਾ ਜੱਲਿਆਂਵਾਲੇ ਦਾ ਜਿਹੜਾ ਸਾਕਾ ਹੈ ਉਹਦਾ ਜਿਹੜਾ ਬਦਲਾ ਕਹਿ ਲਓ, ਰਿਵੈਂਜ ਕਹਿ ਲਓ, ਉਹ ਰਿਵੈਂਜ ਲੈਣਾ, ਉਹ ਰਿਵੈਂਜ ਲੈ ਕੇ ਉਸ ਮੌਕੇ ਦੇ ਉੱਤੇ ਉਹਨਾਂ ਨੇ ਖਾਲੀ ਜਨਰਲ ਡਾਇਰ ਨੂੰ ਗੋਲੀ ਮਾਰੀ, ਨਾ ਕਿ ਵੀ ਅੰਗਰੇਜ਼ ਅਫਸਰ ਨੂੰ, ਉਹਨਾਂ ਬੰਦਿਆਂ ਨੂੰ ਕਿਤੇ ਨੂੰ ਵੀ ਉਹਨਾਂ ਨੇ ਹੱਟ ਨਹੀਂ ਕੀਤਾ। ਉਸ ਮਤਲਬ ਸਾਡਾ ਜਿਹੜਾ ਉਹਨਾਂ ਨੇ ਇੱਕ ਸਿੱਕਾ ਕਾਇਮ ਕੀਤਾ ਕਿ ਹਾਂ ਪੰਜਾਬੀਆਂ ਦਾ ਵੀ ਸਿੱਕਾ, ਖਾਸ ਕਰ ਸਿੱਖ ਸਾਡਾ ਭਾਈਚਾਰਾ ਹੈ, ਉਹਨਾਂ ਦੀ ਸੋਚ ਹੁੰਦੀ ਹੈ। ਅਸੀਂ ਲੋਕ ਜਿੰਨਾ ਰਿਵੈਂਜ ਰੱਖਦੇ ਹਾਂ ਅਸੀਂ ਉਸੇ ਨੂੰ ਟਾਰਗੇਟ ਕਰਦੇ ਹਾਂ, ਨਾ ਕਿ ਅਸੀਂ ਕਿਤੇ ਉਹਦੇ ਬੱਚਿਆਂ ਨੂੰ ਜਾਂ ਉਹਨਾਂ ਦੇ ਆਸ-ਪਾਸ ਦੇ ਹੋਰ ਭਾਈਚਾਰੇ ਦੇ ਬੰਦਿਆਂ ਨੂੰ ਅਸੀਂ ਕਿਸੇ ਨਾਲ ਨਫ਼ਰਤ ਨਹੀਂ ਕਰਦੇ। ਉਹਨਾਂ ਨੇ ਕਿਸੇ ਨਾਲ ਸ਼ਹੀਦ ਊਧਮ ਸਿੰਘ ਨੇ ਕਿਸੇ ਨਾਲ ਜਾਤੀ ਨਫ਼ਰਤ ਨਹੀਂ ਨੇ, ਮਤਲਬ ਉਹ ਜਿਹੜਾ ਉਹ ਸਿਸਟਮ ਹੈ, ਉਹ ਸਿਸਟਮ ਦੇ ਵਿੱਚੋਂ ਜਿਹੜਾ ਜਨਰਲ ਡਾਇਰ ਨਿਕਲ ਕੇ ਆਇਆ ਸੀ, ਉਸ ਜਨਰਲ ਡਾਇਰ ਨਾਲ ਹੀ ਉਹਨਾਂ ਨੇ ਇੰਤਕਾਮ ਲਿਆ। ਤੇ ਉਹ ਇੱਕ ਸਾਡੇ ਲਈ ਜਿਹੜੇ ਗਦਰੀ ਬਾਬੇ ਨੇ ਬਹੁਤ ਹੀ ਮਾਣਯੋਗ, ਇਹਨਾਂ ਦੇ ਮਤਲਬ ਸਾਡੇ ਇਹ ਜਿਹੜੇ ਸਬ ਕੰਟੀਨੈਂਟ ਦੇ ਰੋਲ ਮਾਡਲ ਕਹਾਂਗਾ ਮੈਂ ਤੇ ਇੱਕ ਗੱਲ ਕਹਾਂਗਾ ਕਿ ਸ਼ਹੀਦ ਊਧਮ ਸਿੰਘ ਖਾਲੀ ਇੰਡੀਆ ਲਈ ਨਹੀਂ, ਪਾਕਿਸਤਾਨ ਲਈ ਵੀ ਰੋਲ ਮਾਡਲ ਹੋਣਾ ਚਾਹੀਦਾ ਤੇ ਬੰਗਲਾਦੇਸ਼ ਲਈ ਵੀ ਰੋਲ ਮਾਡਲ ਹੋਣਾ ਚਾਹੀਦਾ। ਉਹ ਜਿੰਨੇ ਸਾਡੀ ਕੰਟਰੀ ਸਬ ਕੰਟੀਨੈਂਟ ਤੋਂ ਨਹੀਂ ਹੈ ਉਹਨਾਂ ਸਭ ਲਈ ਰੋਲ ਮਾਡਲ ਹੈ। ਕਿਉਂ? ਕਿਉਂਕਿ ਉਸ ਸਮੇਂ ਸਾਡਾ ਇੱਕ ਇੰਡੀਆ ਸੀ ਜਿਹਨੂੰ ਮਹਾਭਾਰਤ, ਮਤਲਬ ਜਿਹੜਾ ਵੱਡਾ ਭਾਰਤ ਜਿਹਨੂੰ ਕਹਿੰਦੇ ਆ, ਉਹ ਜਿਹੜਾ ਵੱਡਾ ਭਾਰਤ ਸੀ ਉਹ ਵੱਡੇ ਭਾਰਤ ਦੇ ਇੰਤਕਾਮ ਦੇ ਵਿੱਚ ਉਹਨੂੰ ਦੇਖਿਆ ਜਾਣਾ ਚਾਹੀਦਾ। ਤੇ ਜਦ ਡਿਵੀਜ਼ਨ ਹੋ ਗਿਆ 1947 ਤੋਂ ਬਾਅਦ ਮੁਲਕ ਵੰਡਿਆ ਗਿਆ, ਤੇ ਅਸੀਂ ਜਿੰਨੇ ਸਾਡੇ ਜਿਹੜੇ ਨੈਸ਼ਨਲ ਹੀਰੋਜ਼ ਨੇ ਉਸ ਸਮੇਂ ਜਿਨ੍ਹਾਂ ਨੇ ਖਾਲੀ ਲੜਾਈ ਲੜੀ, ਉਹਨਾਂ ਨੇ ਖਾਲੀ ਉਹਨਾਂ ਨੇ ਤੇ ਆਪਣੇ ਸਬ ਕੰਟੀਨੈਂਟ ਦੇ ਸਾਰੇ ਲੋਕਾਂ ਨੇ ਲੜਾਈ ਲੜੀ ਨਾ। ਉਹਨਾਂ ਦੇ ਇਹ ਨਹੀਂ ਕਿਹਾ ਸੀ ਕਿ ਬਾਅਦ ਚੋਂ ਪਾਕਿਸਤਾਨ ਭੱਜੇਗਾ ਜਾਂ ਬੰਗਲਾਦੇਸ਼ ਭੱਜੇਗਾ। ਉਹਨਾਂ ਦਿਨਾਂ ਦੇ ਵਿੱਚ ਇਹ ਸਰਬਸੰਮਤੀ ਦੀ ਲੜਾਈ ਹੈ
ਤੇ ਬੜੀ ਮਤਲਬ ਮੈਂ ਕਹਿੰਦਾ ਕਿ ਇਹ ਸਾਰੇ ਹੀ ਹੋਰ ਵੀ ਜਿਹੜੇ ਸਾਡੇ ਸਬਕੌਂਟੀਨੈਂਟ ਦੇ ਸਾਡੇ ਉਸ ਸਮੇਂ ਜੋ ਇੱਕ ਸੰਯੁਕਤ ਭਾਰਤ ਦੇ ਕੰਟਰੀ ਸੀ, ਉਹਨਾਂ ਸਭ ਲਈ ਹੀ ਮਾਣਯੋਗ ਗੱਲ ਹੈ। ਇਹ ਸਭ ਨੂੰ ਇਹ ਮਨਾਉਣਾ ਚਾਹੀਦਾ ਹੈ। ਇਹਨਾਂ ਸ਼ਬਦਾਂ ਨਾਲ मैं अपनी श्रद्धांजलि देना। सरदार राजिंदर सिंह जी, बहुत बहुत धन्यवाद। मैं जो हमारे हिंदी भाषी हैं मैं उनको बता दूं कि आज हम शहीद उधम सिंह का शहीदी दिवस मना रहे हैं। वो शहीद एक ऐसे शहीद थे जिनके बारे में हमारे भारत की जो जनता है ना वो बहुत कम जानती है, क्योंकि सभी भगत सिंह जी के बारे में जानते हैं और उसे ही पहचान होती है पंजाबियों की। और शहीद उधम सिंह, उनकी उम्र भी बड़ी थी और उनकी कुर्बानी जो थी वो भी बहुत महान थी, क्योंकि ज़्यादा इसलिए स्पेशली इनको इसलिए याद रखा जाता है क्योंकि ये धार्मिक वृत्ति वाले भी थे। क्योंकि माता पिता जो है वो जन्म से ही जो है वो चल बसे थे, भाई भी चल बसा था, और वे अकेले जो अमृतसर में एक यतीम खाना पुतली घर जिसको कहते हैं वहाँ पर इनकी एजुकेशन हुई है। वहाँ पर धार्मिक एजुकेशन हमेशा ही देते रहे हैं। जो हमारे संस्थापक वहाँ के है यतीम खाना चीफ खालसा दीवान जो है, वहाँ से ये पढ़ाई उन्होंने की और इनका टेक केयर भी वहाँ से ही हुआ था। और इसके बाद में पंजाब से जो देश की आज़ादी के लिए 3 लहरें उठी, जिसमें गदर लहर एक प्रमुख लहर थी, गदर लहर, अकाली लहर, सिंह सभा लहर, ये 3 जो थी वो लहरें उठी ये देश की आज़ादी के लिए ही उठी थी। धार्मिक अपने आप को धार्मिक तौर पर मजबूत करना ये भी एक सिंह सभा लहर का मकसद था, मगर इसके साथ में आज़ादी का भी मकसद था। और जो गदर लहर थी वो एक बहुत ही एक महत्वपूर्ण लहर थी और अंग्रेजों की जो है वो नाक में इस लहर ने दम कर दिया था उस समय। और उससे संबंधित थे शहीद उधम सिंह। पुतली घर से जैसे उन्होंने फिर विदेशों की यात्रा की, एक फिल्म भी बहुत बढ़िया फिल्म जो है मेरे हिसाब से पंजाबी सिनेमा में ऐसी फिल्म नहीं बनी है। जिसने भी वो फिल्म देखी है ना शहीद उधम सिंह की, राज बब्बर ने जो बनाई थी, वो हिस्ट्री के बहुत ही ज्यादा करीब है। जो शहीद उधम सिंह की जो हिस्ट्री है उससे बहुत ज्यादा वो मेल खाती है। और उससे ही मालूम पड़ता है कि जब उसमें से जो लाइफस्टाइल निकल के आता है शहीद उधम सिंह का, कितना संघर्ष। आपने बात की है बांग्लादेश और पाकिस्तान की, उस फिल्म में ये भी दर्शाया गया था कि जो इंग्लैंड के साथ आयरलैंड लगता है ना, उसकी आज़ादी के लिए और उसके मजदूरों के लिए भी जो है शहीद उधम सिंह ने एक काम किया था, संघर्ष किया था। सिर्फ अपने देश की आज़ादी के लिए नहीं, दूसरे देशों की आज़ादी और मजदूरों के हकों के लिए। क्योंकि जब शहीद उधम सिंह की शहीदी होती है तो कहते हैं कि आयरलैंड के जो मजदूर संघ है ना, वो अपने खून से जो है अंग्रेजी सरकार को लेटर भी लिखते हैं और शहीद उधम सिंह की शहीदी की और उनकी कुर्बानी की सराहना करते हैं। ये बहुत बड़ी एक, ये नहीं है कि ये एक देश के ही, भारत के ही देशभक्त हैं। इन्होंने किसी भी देश जिसको अंग्रेजों ने अपना गुलाम बनाया हुआ था, ये उसकी आज़ादी में जो है इन्होंने अपना सपोर्ट किया और बहुत बड़ी कुर्बानी है। जो पंजाबियों की अनख गैरत जो है उसका प्रतीक है शहीद उधम सिंह की कुर्बानी की। 21 साल बाद, 1919 के 21 साल बाद जो है वो माइकल ओडवायर, क्योंकि 2 अंग्रेज ऑफिसर का नाम आता है। आपने डायर की बात की है, जो डायर था कहते हैं वो तो 2-3 साल बाद ही वो खत्म हो गया था पैरालाइज की बीमारी के कारण। जो माइकल ओडवायर जो पंजाब का गवर्नर था वो भी अक्यूज्ड था। एक डायर था, डायर ने तो जो अटैक किया था वो जनरल डायर था, और एक माइकल ओडवायर था। माइकल ओडवायर जो था उसको जो है शहीद उधम सिंह ने जो है अपनी गोलियों से हलाक किया था, क्योंकि प्लानिंग योजना जो थी वहां पर ऐसा करने की वो उनकी ही थी। और ये जो चीजें हैं कई बार हम अपने आप में कई बार हमारी मिक्सअप हो जाती है, और शायद ये मैं गलत हूं तो मेरे को सुधार भी देना। सरदार दिलबाग सिंह जी बलेर साहब, तुसी सरदार उधम सिंह जी ਦੀ ਸ਼ਹੀਦੀ ਦੇ ਬਾਰੇ, ਸੁਨਾਮ ਵਾਲੇ ਜਿਨ੍ਹਾਂ ਨੂੰ ਕਿਹਾ ਜਾਂਦਾ ਹੈਗਾ, ਉਹਨਾਂ ਦੀ ਸ਼ਹੀਦੀ ਦੇ ਬਾਰੇ, ਉਹਨਾਂ ਦੇ ਜੀਵਨ ਦੇ ਸੰਘਰਸ਼ ਦੇ ਬਾਰੇ ਵਿੱਚ ਜਿਹੜਾ ਹੈਗਾ ਜੋ ਤੁਸੀਂ ਜਾਣਦੇ ਹੋ ਉਹਦੇ ਬਾਰੇ ਸਾਨੂੰ ਸਾਡੇ ਸਰੋਤਿਆਂ ਨੂੰ ਦੱਸੋ। ਸਰਦਾਰ ਦਿਲਬਾਗ ਸਿੰਘ।
ਵਾਇਸ ਆਫ ਮਾਨਵਤਾ ਦੇ ਸਾਰੇ ਸਰੋਤਿਆਂ ਤੇ ਬੁਲਾਰਿਆਂ ਨੂੰ ਮੈਂ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਹੀਦ ਸਰਦਾਰ ਊਧਮ ਸਿੰਘ ਜੀ ਦੀ ਸ਼ਹਾਦਤ ਨੂੰ ਆਪਾਂ ਸਭ ਤੋਂ ਪਹਿਲਾਂ ਸਜਦਾ ਕਰਦੇ ਹਾਂ ਜੀ, ਪ੍ਰਣਾਮ ਕਰਦੇ ਹਾਂ, ਕਿਉਂਕਿ ਸ਼ਹੀਦ ਊਧਮ ਸਿੰਘ ਨੇ ਛੋਟੀ ਜੀ ਉਮਰ ਦੇ ਵਿੱਚ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖੀ ਨੂੰ ਧਾਰਨ ਕੀਤਾ ਸੀ ਜੀ। ਔਰ ਉਹਨਾਂ ਨੇ ਛੋਟੀ ਉਮਰ ਦੇ ਵਿੱਚ ਅੰਮ੍ਰਿਤ ਵੀ ਛਕਿਆ ਹੋਇਆ ਸੀ, ਗੁਰਬਾਣੀ ਵੀ ਪੜ੍ਹਦੇ ਸਨ, ਨਿਤਨੇਮੀ ਸਨ, ਵਿਦਿਆਲੇ 'ਚ ਰਹਿੰਦੇ ਸਨ। ਤੇ ਅੰਮ੍ਰਿਤਸਰ ਦਾ ਜਿਵੇਂ ਤੁਸੀਂ ਜ਼ਿਕਰ ਕੀਤਾ, ਸਰਦਾਰ ਮਨਦੀਪ ਸਿੰਘ ਜੀ ਜਿਹੜਾ ਯਤੀਮਖਾਨਾ ਹੈ, ਇਹ ਸਰਦਾਰ ਹਰਬੰਸ ਸਿੰਘ ਅਟਾਰੀ ਵਾਲੇ ਇਸ ਨੂੰ ਚਲਾ ਰਹੇ ਸਨ। ਤੇ ਜਿਸ ਵੇਲੇ 13 ਅਪ੍ਰੈਲ 1919 ਨੂੰ ਜਦੋਂ ਇਹ ਕਾਂਡ ਵਾਪਰਦਾ ਜਲ੍ਹਿਆਂਵਾਲੇ ਬਾਗ ਦਾ, ਤੇ ਉਸ ਵੇਲੇ ਬਹੁਤ ਸਾਰੀ ਜਿਹੜੀ ਲੋਕਾਂ ਦੀ ਮੌਤ ਹੁੰਦੀ ਹੈ ਉੱਥੇ, ਜਿਹਦੇ ਵਿੱਚ ਹਿੰਦੂ ਵੀ ਸਨ, ਮੁਸਲਮਾਨ ਵੀ ਸਨ ਤੇ ਸਿੱਖ ਵੀ ਸਨ। 1300 ਬੰਦਾ ਦੱਸਿਆ ਜਾਂਦਾ, ਜਿਹੜੇ ਅੰਕੜੇ ਨੇ ਕਿ 1300 ਬੰਦਾ ਜਿਹੜਾ ਹੈ ਉਹਦੀ ਡੈਥ ਹੁੰਦੀ ਹੈ ਉੱਥੇ। ਅੱਜ ਵੀ ਗੋਲੀਆਂ ਦੇ ਨਿਸ਼ਾਨ ਸਾਂਭੇ ਹੋਏ ਨੇ ਜਲ੍ਹਿਆਂਵਾਲੇ ਬਾਗ ਦੇ ਵਿੱਚ। ਖੂਹ ਭਰ ਗਏ ਸਨ, ਜਿਉਂਦਿਆਂ ਬੰਦਿਆਂ ਨੇ ਛਾਲਾਂ ਖੂਹਾਂ ਵਿੱਚ ਮਾਰੀਆਂ, ਲਾਸ਼ਾਂ ਦੇ ਢੇਰ ਲੱਗ ਗਏ। ਤੇ ਕਿਉਂਕਿ ਜਿਹੜੀ ਅੰਗਰੇਜ਼ ਸਰਕਾਰ ਸੀ ਉਸ ਵੇਲੇ ਦੀ, ਉਹ ਹੱਕਾਂ ਦੀ, ਆਜ਼ਾਦੀ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਸੀ ਜੀ। ਤੇ ਇਕੱਠੇ ਹੋਏ ਸਨ ਲੋਕ ਜਲਸਾ ਕਰਨ ਵਾਸਤੇ, ਜਿਨ੍ਹਾਂ ਤੇ ਕਹਿਰ ਢਾਇਆ ਗਿਆ। ਤਾਂ ਜਿਹੜੀ ਗੱਲ ਆਪਾਂ ਕਰਨ ਜਾ ਰਹੇ ਹਾਂ, ਸ਼ਹੀਦ ਸਰਦਾਰ ਊਧਮ ਸਿੰਘ ਜੀ ਦੀ, ਇਹ ਛੋਟੇ ਜਿਹੇ ਸਨ ਭਰ ਜਵਾਨੀ ਦੇ ਵਿੱਚ। ਤਾਂ ਜਦੋਂ ਬੱਚਿਆਂ ਦੇ ਰੂਪ ਵਿੱਚ ਡਿਊਟੀ ਲੱਗੀ ਸੀ, ਜੋ ਇਹਨਾਂ ਦੀ ਹਿਸਟਰੀ ਦੱਸਦੀ ਹੈ, ਇਤਿਹਾਸ ਦੱਸਦਾ ਹੈ ਕਿ ਜਿਹੜੇ ਯਤੀਮਖਾਨੇ ਦੇ ਜਿਹੜੇ ਬੱਚੇ ਸਨ, ਪੜ੍ਹਦੇ ਸਨ, ਉਹਨਾਂ ਨੂੰ ਲਿਆਂਦਾ ਗਿਆ ਕਿ ਤੁਸੀਂ ਸਾਫ਼ ਸਫਾਈ ਕਰੋ, ਲਾਸ਼ਾਂ ਦੀ ਸੰਭਾਲ ਕਰੋ, ਜਿਵੇਂ ਸੰਸਕਾਰ ਕਰਨਾ ਹੈ ਜਾਂ ਸਰੀਰ, ਲਾਸ਼ਾਂ ਜਿਹੜੀਆਂ ਨੇ ਉਹਨਾਂ ਦੀ ਸੰਭਾਲ ਕਰਨੀ ਹੈ। ਤਾਂ ਸਰਦਾਰ ਊਧਮ ਸਿੰਘ ਨੇ ਸਾਰਾ ਕਹਿਰ ਜਿਹੜਾ ਸੀ ਆਪਣੇ ਅੱਖਾਂ ਦੇ ਨਾਲ ਦੇਖਿਆ। ਬਾਕੀ ਤਾਂ ਸਾਰੇ ਜਿਹੜੇ ਸੀ ਉਹ ਚੁੱਪ ਹੋ ਗਏ ਕਿਸੇ ਨਾ ਕਿਸੇ ਕਾਰਨ, ਕਿਉਂਕਿ ਸਰਕਾਰ ਦਾ ਦਬਾਅ ਵੀ ਸੀ, ਹਕੂਮਤ ਦਾ ਬਹੁਤ ਜ਼ੋਰ ਸੀ, ਬੋਲਬਾਲਾ ਸੀ। ਤੇ ਸਰਦਾਰ ਊਧਮ ਸਿੰਘ ਜਿਹੜੇ ਸਨ, ਇਹਨਾਂ ਦੀ ਅਣਖ ਨੇ, ਗੈਰਤ ਨੇ ਉਬਾਲਾ ਖਾਧਾ, ਕਿਉਂਕਿ ਸਾਡੇ ਪੰਜਾਬੀਆਂ ਦੇ, ਸਿੱਖਾਂ ਦੇ ਸਰੀਰਾਂ ਦੇ ਵਿੱਚ ਖੂਨ ਦੀ ਥਾਂ ਤੇ ਸਾਡੇ ਗੁਰੂ ਨੇ ਅਣਖ ਪੈਦਾ ਕੀਤੀ ਹੈ। ਮੇਰੀ ਆਵਾਜ਼ ਸੁਣਾਈ ਦੇ ਰਹੀ ਹੈ ਜੀ? ਬਿਲਕੁਲ ਜੀ, ਬਿਲਕੁਲ ਬਿਲਕੁਲ। ਹਾਂ, ਤੁਸੀਂ ਥੋੜੇ ਪ੍ਰੈਜ਼ੈਂਟ ਨਹੀਂ ਨਾ, ਮੈਨੂੰ ਤਾਂ ਨਹੀਂ ਪਤਾ ਲੱਗਦਾ। ਨਹੀਂ, ਮੈਂ ਥੋੜਾ ਜਿਹਾ ਹਾਂਜੀ ਕਰਦੇ ਜਾਓ। ਹਾਂਜੀ, ਫਿਰ ਹੋਇਆ ਕਿ ਬਾਕੀ ਤਾਂ ਸਾਰੇ ਮੈਂ ਜਿਵੇਂ ਦੱਸ ਰਿਹਾ ਕਿ ਆਪਣਿਆਂ ਦੀਆਂ ਲਾਸ਼ਾਂ ਕੋਈ ਚੁੱਕ ਕੇ ਚਲੇ ਗਿਆ, ਕੋਈ ਸੰਭਾਲ ਗਿਆ ਜਾਂ ਕੋਈ ਵਾਪਸ ਚਲੇ ਗਏ। ਪਰ ਸਰਦਾਰ ਊਧਮ ਸਿੰਘ, ਉਹਨਾਂ ਨੇ ਇਸ ਜਗ੍ਹਾ ਤੇ ਖਲੋ ਕੇ, ਜਲ੍ਹਿਆਂਵਾਲੇ ਬਾਗ ਦੀ ਇਸ ਸਰਜ਼ਮੀਨ ਤੇ ਖਲੋ ਕੇ ਪ੍ਰਤਿੱਗਿਆ ਕੀਤੀ, ਪ੍ਰਣ ਕੀਤਾ ਕਿ ਜਿਹੜਾ ਇਹ ਬੰਦਾ ਜਿਹਦਾ ਤੁਸੀਂ ਹੁਣੇ ਹੀ ਜ਼ਿਕਰ ਕੀਤਾ ਹੈ, ਸਰਦਾਰ ਮਨਦੀਪ ਸਿੰਘ ਜੀ, ਜਨਰਲ ਡਾਇਰ ਤੇ ਜਨਰਲ ਸਰ ਮਾਈਕਲ ਉਡਵਾਇਰ, ਇਹਨਾਂ ਦੇ ਬਾਰੇ ਉਹਨਾਂ ਨੇ ਮਨ 'ਚ ਧਾਰ ਲਿਆ ਸੀ ਉਸ ਵੇਲੇ ਕਿ ਮੈਂ ਇਹਨਾਂ ਨੂੰ ਜਿਉਂਦਿਆਂ ਨਹੀਂ ਛੱਡਾਂਗਾ। ਤੇ ਸਾਡੀ ਜਿਹੜੀ ਹਿਸਟਰੀ ਹੈ, ਇਤਿਹਾਸ ਹੈ, ਉਹਦੇ ਵਿੱਚ ਤਾਂ ਇਹ ਵੀ ਦਰਜ ਹੈ ਕਿ ਆਪਣੇ ਕੋਲ ਉਹਨਾਂ ਨੇ ਜਿਹੜੀ ਖੂਨ ਨਾਲ ਭਿੱਜੀ ਹੋਈ ਉਹ ਮਿੱਟੀ ਸੀ, ਉਹ ਵੀ ਇੱਕ ਸ਼ੀਸ਼ੀ ਵਿੱਚ ਪਾ ਕੇ ਸਾਂਭ ਲਈ ਸੀ ਸਰਦਾਰ ਊਧਮ ਸਿੰਘ ਨੇ। ਤੇ ਉਹ ਸਵੇਰੇ ਸ਼ਾਮ ਉਸ ਮਿੱਟੀ ਨੂੰ, ਭਿੱਜੀ ਹੋਈ ਖੂਨ ਦੀ ਉਸ ਮਿੱਟੀ ਨੂੰ ਦੇਖਦੇ ਸਨ ਤੇ ਆਪਣਾ ਪ੍ਰਣ ਜਿਹੜਾ ਕੀਤਾ ਸੀ, ਉਹਨਾਂ ਨੇ ਗੁਰੂ ਘਰ ਦੇ ਵਿੱਚ ਖਲੋ ਕੇ ਅਰਦਾਸ ਕੀਤੀ ਸੀ, ਉਹਨੂੰ ਸਦਾ ਹੀ ਚੇਤੇ ਕਰਦੇ ਸੀ। ਤਾਂ ਮਤਲਬ ਕਿ ਤੁਸੀਂ ਇਹ ਅੰਦਾਜ਼ਾ ਨਹੀਂ ਆਪਾਂ ਲਾਇਆ ਜਾ ਸਕਦਾ ਕਿ ਦੇਖੋ ਉਸ ਵੇਲੇ ਦੀ ਜਿਹੜੀ ਅੰਗਰੇਜ਼ ਸਰਕਾਰ ਸੀ, ਉਹਨਾਂ ਦਾ ਪੂਰਾ ਦੁਨੀਆ ਦੇ ਉੱਤੇ ਝੰਡਾ ਝੂਲਦਾ ਸੀ, ਜਿਹਨੂੰ ਕਿਹਾ ਜਾਂਦਾ ਹੈ ਨਾ ਅੱਜ ਵੀ ਕਿ ਸੂਰਜ ਨਹੀਂ ਸੀ ਛਿਪਦਾ ਉਹਨਾਂ ਦੇ ਰਾਜ ਦੇ ਵਿੱਚ। ਤੇ ਫਿਰ ਉਹਨਾਂ ਦਾ ਜਿਹੜਾ ਗੜ੍ਹ ਸੀ ਲੰਡਨ, ਇੰਗਲੈਂਡ ਦੇ ਵਿੱਚ ਲੰਡਨ ਉਹਨਾਂ ਦਾ ਗੜ੍ਹ ਹੈ। ਤੇ ਉਸ ਗੜ੍ਹ ਦੇ ਵਿੱਚ ਜਾ ਕੇ ਇਹ ਸਜਦਾ ਹੈ ਸਰਦਾਰ ਊਧਮ ਸਿੰਘ ਦੀ ਬਹਾਦਰੀ ਨੂੰ। ਆਪਾਂ ਸਲੂਟ ਕਰਦੇ ਹਾਂ ਉਸ ਸੂਰਮੇ ਦੀ ਕਰਨੀ ਦੇ ਅੱਗੇ ਕਿ ਉਹਨਾਂ ਨੇ ਉਹਨਾਂ ਦੇ ਗੜ੍ਹ ਦੇ ਵਿੱਚ ਜਾ ਕੇ ਉਹਨੂੰ ਸਜ਼ਾ ਦਿੱਤੀ ਹੈ। ਇਹ ਮਤਲਬ ਕਿ ਇਹ ਸਾਰਾ ਉਹ ਜੋ ਵੀ ਉਹਨਾਂ ਦੇ ਕੋਲ ਬਲ ਸੀ, ਆਤਮਿਕ ਸ਼ਕਤੀ ਸੀ, ਇਹ ਸਾਰਾ ਗੁਰਬਾਣੀ ਦਾ ਬਲ ਸੀ। ਕਿਉਂਕਿ ਉਮਰ ਭਾਵੇਂ ਛੋਟੀ ਹੈ, ਮਾਤਾ ਪਿਤਾ ਨਹੀਂ ਹੈਗੇ, ਪਰ ਉਹਨਾਂ ਨੇ ਇਸ ਸਫ਼ਰ ਦੇ ਵਿੱਚ ਇਹ ਵੀ ਗੱਲ ਮਿਲਦੀ ਹੈ, ਜਦੋਂ ਪੜ੍ਹਿਆ ਜਾਂਦਾ, ਉਹਨਾਂ ਦਾ ਇਤਿਹਾਸ ਸੁਣਿਆ ਜਾਂਦਾ ਹੈ, ਕਹਿੰਦੇ ਨੇ ਸਰਦਾਰ ਊਧਮ ਸਿੰਘ ਨੇ ਬਹੁਤ ਸਾਰੀਆਂ ਆਪਣੇ ਭਾਸ਼ਾਵਾਂ ਦੇ ਉਹ ਗਿਆਤਾ ਸਨ, ਕਿਉਂਕਿ ਉਹਨਾਂ ਨੂੰ ਕਈ ਭੇਸ ਵੀ ਬਦਲਣੇ ਪਏ।
ਕਈ ਥਾਵਾਂ ਤੇ ਉਹਨਾਂ ਨੂੰ ਕੰਮਕਾਰ ਵੀ ਕਰਨਾ ਪਿਆ, ਕਈ ਕੰਮ ਉਹਨਾਂ ਨੇ ਛੱਡਣੇ ਵੀ ਪਏ, ਭਾਸ਼ਾਵਾਂ ਵੀ ਸਿੱਖਣੀਆਂ ਪਈਆਂ, ਕਈ ਦੇਸ਼ਾਂ ਦੇ ਵਿੱਚ ਉਹਨਾਂ ਨੇ ਟਰੈਵਲ ਕੀਤਾ। ਤੇ ਉਹ 21 ਸਾਲ ਦਾ ਸਮਾਂ ਕੋਈ ਥੋੜਾ ਨਹੀਂ ਹੁੰਦਾ, ਬਹੁਤ 2 ਦਹਾਕੇ ਦਾ ਪਲੱਸ ਸਮਾਂ ਹੋ ਜਾਂਦਾ ਹੈ। ਤੇ ਫਿਰ ਵੀ ਅੱਜ ਦੇਖਿਆ ਜਾਂਦਾ ਹੈ, ਮਾਫ ਕਰਨਾ, ਪੰਜਾਬ ਦੇ ਵਿੱਚ ਇੱਕ ਲਹਿਰ ਚੱਲ ਪਈ ਹੈ ਅੱਜ ਵੀ। ਪਿਛਲੇ ਦਿਨਾਂ ਤੋਂ ਆਪਾਂ ਦੇਖ ਰਹੇ ਹਾਂ ਕਿ ਲੜਕੀਆਂ ਜਿਹੜੀਆਂ ਨੇ ਉਹ ਲੜਕਿਆਂ ਨਾਲ ਧੋਖੇ ਕਰ ਰਹੀਆਂ ਨੇ, ਕਿਉਂਕਿ ਪਹਿਲਾਂ ਤਾਂ ਲੜਕੇ ਧੋਖਾ ਕਰਦੇ ਸੀ, ਹੁਣ ਉਲਟਾ ਸਾਰਾ ਇਹ ਸਾਹਮਣੇ ਆ ਰਹੇ ਨੇ ਅੰਕੜੇ। ਪਰ ਮੈਂ ਕਹਿਣਾ ਚਾਹੁੰਦਾ ਚਲੋ ਸਾਰਿਆਂ ਨੂੰ ਪ੍ਰਵਾਸ ਕਰਨਾ ਚਾਹੀਦਾ ਹੈ, ਆਪਣੀਆਂ ਰੋਜ਼ਗਾਰ ਵਾਸਤੇ, ਆਪਣੇ ਪਰਿਵਾਰ ਦੀ ਬਿਹਤਰੀ ਵਾਸਤੇ, ਜ਼ਿੰਦਗੀ ਦੀ ਤਰੱਕੀ ਵਾਸਤੇ ਹਰ ਕੋਈ ਬੰਦਾ ਵਿਦੇਸ਼ਾਂ ਨੂੰ ਜਾਂਦਾ ਹੈ। ਅੱਜ ਤੁਸੀਂ ਦੇਖੋ ਬੱਚੀਆਂ ਜਿਹੜੀਆਂ ਨੂੰ ਅੱਜ ਦੇ ਮਾਪੇ, ਮੈਂ ਕਹਿਣਾ ਚਾਹੁੰਦਾ ਹੈ ਕਿ ਇੱਥੇ 1 ਮਿੰਟ ਵਾਸਤੇ 10-5 ਮਿੰਟ ਵਾਸਤੇ ਵੀ ਆਪਣੀ ਧੀ ਨੂੰ ਇਕੱਲਾ ਛੱਡਣ ਵਾਸਤੇ ਤਿਆਰ ਨਹੀਂ ਹੁੰਦਾ ਕੋਈ, ਪਰ ਉਸ ਬੱਚੀ ਨੂੰ ਅੱਜ ਵਿਦੇਸ਼ਾਂ ਵੱਲ ਨੂੰ ਭੇਜ ਦਿੰਦੇ ਨੇ, ਜਾਂਦੇ ਨੇ। ਅੱਜ ਦੇ ਬੱਚੇ, ਮੁਬਾਰਕ ਹੈ ਜਾਣਾ, ਪਰ ਮੈਂ ਕਹਿੰਦਾ ਹੈ ਕਿ ਜਿੰਨੀ ਵੀ ਸਾਡੀ ਪੰਜਾਬ ਦੀ ਖਾਸ ਕਰਕੇ ਜਵਾਨੀ ਵਿਦੇਸ਼ਾਂ ਨੂੰ ਜਾਂਦੀ ਹੈ, ਜਾਂ ਅਸੀਂ ਵੀ ਜਾਂਦੇ ਹਾਂ, ਆਪਾਂ ਵੀ ਸਾਰੇ ਜਾਂਦੇ ਹਾਂ, ਪਰ ਸਾਨੂੰ ਹਮੇਸ਼ਾ ਸਰਦਾਰ ਊਧਮ ਸਿੰਘ ਨੂੰ ਆਪਣੇ ਚਿੰਤਨ 'ਚ ਰੱਖਣਾ ਚਾਹੀਦਾ ਹੈ ਕਿ ਉਸ ਮਰਦੇ ਮੁਜਾਹਦ ਨੇ ਵੀ ਵਿਦੇਸ਼ ਦੀ ਯਾਤਰਾ ਕੀਤੀ ਸੀ। ਉਹ ਵੀ ਬਾਹਰਲੇ ਮੁਲਕਾਂ ਵਿੱਚ ਗਿਆ, ਕਿੰਨਿਆਂ ਦੇਸ਼ਾਂ ਵਿੱਚ ਗਿਆ, ਪਰ ਉਹ ਕੋਈ ਪੈਸਾ ਕਮਾਉਣ ਵਾਸਤੇ ਨਹੀਂ ਗਿਆ। ਦੇਖੋ ਉਹਦੇ ਸੀਨੇ ਵਿੱਚ ਕੀ ਸੀ, ਉਹਦੇ ਦਿਲ ਦੇ ਵਿੱਚ ਕੀ ਸੀ, ਉਹਦੇ ਦਿਮਾਗ ਦੇ ਵਿੱਚ ਕੀ ਸੀ ਕਿ ਜਿੰਨੇ ਘਰ ਉਜਾੜੇ ਨੇ ਇਸ ਜ਼ਾਲਮ ਨੇ, ਜਿੰਨੀਆਂ ਭੈਣਾਂ ਦੇ ਪਤੀ ਖੋਏ ਨੇ, ਮਾਵਾਂ ਦੇ ਬੱਚੇ ਖੋਏ ਨੇ, ਜਾਂ ਜਿੰਨੇ ਉੱਥੇ ਮਾਰੇ ਗਏ ਲੋਕ ਨੇ, ਘਰਾਂ ਦੇ ਘਰ ਬਰਬਾਦ ਤਬਾਹ ਹੋ ਗਏ ਨੇ, ਮੈਂ ਉਹਨਾਂ ਸਾਰਿਆਂ ਦੇ ਡੁੱਲੇ ਹੋਏ ਖੂਨ ਨਾਲ ਇਨਸਾਫ ਕਰਨਾ ਹੈ, ਇਹ ਸੁਪਨਾ ਲੈ ਕੇ ਸਰਦਾਰ ਊਧਮ ਸਿੰਘ ਗਿਆ। ਸੋ ਮੇਰੇ ਕਹਿਣ ਤੋਂ ਭਾਵ ਸੀ ਕਿ ਵਿਦੇਸ਼ਾਂ ਨੂੰ ਅਸੀਂ ਵੀ ਜਾਂਦੇ ਹਾਂ, ਜਾਣਾ ਚਾਹੀਦਾ ਵੀ ਹੈ, ਕਿਉਂਕਿ ਜ਼ਰੂਰੀ ਹੈ ਜਾਣਾ, ਹਰ ਬੰਦੇ ਨੂੰ ਜਾਣਾ ਚਾਹੀਦਾ। ਜੇ ਅਸੀਂ ਜਾਂਦੇ ਹਾਂ ਤਾਂ ਸਾਡੇ ਵਿੱਚ ਚੰਗੇ ਲੋਕ ਵੀ ਬਹੁਤ ਨੇ ਜਿਹੜੇ ਉੱਥੋਂ ਮਦਦ ਵੀ ਕਰਦੇ ਨੇ, ਕਈ ਤਰ੍ਹਾਂ ਦੀਆਂ ਸੇਵਾਵਾਂ ਵੀ ਆਪਾਂ ਕਰਦੇ ਹਾਂ, ਪਰ ਜਿਹੜੇ ਅੱਜ ਬਹੁਤ ਹੀ ਦੇਖਿਆ ਜਾਂਦਾ ਹੈ ਧੋਖੇ ਕਰ ਰਹੇ ਨੇ, ਥੋੜੀਆਂ ਲਾਲਚਾਂ ਦੇ ਪਿੱਛੇ ਆ ਕੇ। ਜਿਵੇਂ ਆ ਪਿੱਛੇ ਜੇ ਕੇਸ ਆਇਆ ਉਹ ਬੇਅੰਤ ਕੌਰ ਦਾ ਤੇ ਲਵਪ੍ਰੀਤ ਦਾ, ਕਿੰਨਾ ਅੱਜ ਤੱਕ ਉਹ 2 ਹਫ਼ਤੇ ਹੋ ਗਏ ਨੇ, 3, ਅਜੇ ਵੀ ਉਹਦੀਆਂ ਖਬਰਾਂ ਜਿਹੜੀਆਂ ਨੇ ਚੈਨਲਾਂ ਤੇ ਚੱਲ ਰਹੀਆਂ ਨੇ। ਪਰ ਮੈਂ ਕਹਿੰਦਾ ਜਿਹੜੇ ਚੰਗੇ ਲੋਕ ਨੇ ਬਾਹਰ ਨੂੰ ਗਏ ਉਹਨਾਂ ਨੂੰ ਤਾਂ ਆਪਾਂ ਸਤਿਕਾਰ ਦਿੰਦੇ, ਪਰ ਜਿਹੜੇ ਲੋਕ ਧੋਖੇਬਾਜ਼ ਨੇ ਉਹਨਾਂ ਲੋਕਾਂ ਨੂੰ ਸਰਦਾਰ ਊਧਮ ਸਿੰਘ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਕਿ ਭਲਿਓ ਦੇਖੋ ਸਾਡਾ ਵੱਡਾ ਵਡੇਰਾ ਉਹ ਬਜ਼ੁਰਗ ਜਿਨੇ ਇੰਨੀ ਵੱਡੀ ਕੁਰਬਾਨੀ ਕੀਤੀ। ਅਸੀਂ ਅੱਜ ਦੇ ਜਿਹੜੇ ਲੋਕ ਦੂਜੇ ਦਾ ਘਰ ਉਜਾੜਦੇ ਨੇ, ਧੋਖਾ ਦਿੰਦੇ ਨੇ, ਸਰਦਾਰ ਊਧਮ ਸਿੰਘ ਤੋਂ ਇੱਕ ਇਹ ਵੀ ਸਾਨੂੰ ਸੁਨੇਹਾ ਮਿਲਦਾ ਹੈ, ਉਹਨਾਂ ਦੀ ਜੀਵਨੀ ਤੋਂ ਪ੍ਰੇਰਨਾ, ਕਿ ਉਹਨਾਂ ਨੇ ਕਿੰਨੇ ਉਜੜੇ ਘਰਾਂ ਨੂੰ ਇਨਸਾਫ ਲੈ ਕੇ ਦਿੱਤਾ ਸੀ ਸਰਦਾਰ ਊਧਮ ਸਿੰਘ। ਹਾਂਜੀ, ਬਿਲਕੁਲ ਕੋਈ ਸ਼ੱਕ ਨਹੀਂ ਪੇ ਇਹਦੇ ਵਿੱਚ ਜਿਹੜੇ ਊਧਮ ਸਿੰਘ ਦੀ ਇਹਦੀ ਕੁਰਬਾਨੀ ਆ ਉਹਨੂੰ ਜਿਹੜਾ ਹੈਗਾ ਆ, ਕਿਉਂਕਿ ਸਾਡੇ ਲੋਕ ਬਹੁਤ ਘੱਟ ਜਾਣਦੇ ਆ। ਕਿਉਂਕਿ ਜਦੋਂ ਅਸੀਂ ਸ਼ਹੀਦ ਭਗਤ ਸਿੰਘ ਦੀ ਗੱਲ ਕਰਦੇ ਹਾਂ ਤੇ ਨੌਜਵਾਨੀ ਦੀ ਅਵਸਥਾ ਦੇ ਵਿੱਚ ਉਹਨਾਂ ਨੂੰ ਫਾਂਸੀ ਚੜਾਇਆ ਗਿਆ, ਤੇ ਹਰ ਕੋਈ ਦੇਸ਼ ਵਾਸੀ ਜਿਹੜਾ ਉਹ ਤੋਂ ਵਾਕਿਫ ਹੈਗਾ ਉਹਦੇ ਜੀਵਨ ਤੋਂ। ਤੇ ਊਧਮ ਸਿੰਘ ਜੀ ਦਾ ਜਿਹੜਾ ਜੀਵਨ ਆ ਉਹ ਇੰਨਾ ਸੰਘਰਸ਼ਮਈ ਹੈ ਕਿ ਮਾਤਾ ਪਿਤਾ ਦਾ ਸਾਇਆ ਸਿਰ ਤੋਂ ਉੱਠ ਜਾਣਾ, ਤੇ ਇਕੱਲਿਆਂ ਨੇ ਇਹ ਪ੍ਰਾਣ ਕਰਨਾ, ਤੇ ਉਸ ਪ੍ਰਾਣ ਨੂੰ ਆਪਣੇ ਅੰਤਲੇ ਸਵਾਸਾਂ ਤੱਕ ਨਿਭਾਉਣ ਦੇ ਵਾਸਤੇ ਐਡੀ ਵੱਡੀ ਜਦੋਜਹਿਦ ਕਰਨੀ। ਤੇ ਉਹਨਾਂ ਦਾ ਜਿਹੜਾ ਨਾਮ ਇੱਕ ਸਾਹਮਣੇ ਆਉਂਦਾ ਸਰਦਾਰ ਰਜਿੰਦਰ ਸਿੰਘ ਜੀ, ਮੈਂ ਤੁਹਾਡੇ ਨਾਲ ਹੁਣ ਗੱਲ ਕਰੂੰਗਾ। ਉਹਨਾਂ ਨੇ ਜਦੋਂ ਅੰਗਰੇਜ਼ਾਂ ਨੇ ਉਹ ਜਦੋਂ ਮਾਰ ਦਿੱਤਾ ਉਡਵਾਇਰ ਨੂੰ, ਮਾਰ ਦਿੱਤਾ ਮਾਈਕਲ ਉਡਵਾਇਰ ਨੂੰ, ਤੇ ਉਹਨਾਂ ਨੇ ਨਾਮ ਜਦੋਂ ਪੁੱਛਿਆ ਤੇ ਊਧਮ ਸਿੰਘ ਨੇ ਆਪਣਾ ਨਾਮ ਦੱਸਿਆ, ਰਾਮ ਮੁਹੰਮਦ ਸਿੰਘ ਆਜ਼ਾਦ। ਉਸ ਵੇਲੇ ਤੇ ਉਹ ਅੰਗਰੇਜ਼ ਵੀ ਹੈਰਾਨ ਹੋ ਗਏ, ਤੇ ਅਗਦਿਆਂ ਨੇ ਉਹਨੂੰ ਪਾਗਲ ਗਰਦਾਨਣ ਦੀ ਕੋਸ਼ਿਸ਼ ਕੀਤੀ, ਕਿਉਂਕਿ ਅੰਗਰੇਜ਼ ਤਾਂ ਧਰਮ ਦੇ ਨਾਂ ਤੇ ਲੋਕਾਂ ਨੂੰ ਵੰਡਣਾ ਚਾਹੁੰਦੇ ਸੀਗੇ, ਮਗਰ ਉਹ ਨਾਮ ਸੁਣ ਕੇ ਹੈਰਾਨ ਹੋ ਗਏ ਵੀ ਇਹ ਤਿੰਨਾਂ ਧਰਮਾਂ ਦਾ ਪ੍ਰਤੀਕ ਨਾਮ ਇਹਨ ਕਿੱਥੋਂ ਕੱਢ ਲਿਆ। ਇੱਥੋਂ ਉਹਨਾਂ ਦੀ ਜਿਹੜੀ ਹੈਗੀ ਆ ਦਿਮਾਗੀ ਚੁਸਤੀ ਜਾਂ ਉਹਨਾਂ ਦੇ ਗਿਆਨ ਦਾ ਵੀ ਪਤਾ ਲੱਗਦਾ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਜਦੋਂ ਉਹਨਾਂ ਨੇ ਆਪਣਾ ਨਾਮ ਉਹਨਾਂ ਨੂੰ ਦੱਸਿਆ ਹੋਏਗਾ, ਉਹ ਵਾਲੇ ਦਾ ਜਿਹੜੇ ਹੈਗੀ ਆ ਗੱਲ ਜਿਹੜੀ ਤੁਸੀਂ ਵੀ ਬਿਆਨ ਕਰੋ। ਜੀ ਮੈਂ ਇੱਕ ਚੀਜ਼ ਤੁਹਾਨੂੰ ਹੋਰ ਕਹਿਣਾ ਚਾਹੁੰਦਾ ਜੀ। ਗੱਲ ਕੀਤੀ ਸੀ ਮੈਂ ਤੁਹਾਨੂੰ ਪਹਿਲੇ, ਹਾਂਜੀ ਫਿਲਮ ਬਣੀ ਹੈ। ਹਾਂਜੀ, ਆਵਾਜ਼ ਥੋੜੀ ਆ ਰਹੀ ਭਾਈ ਸਾਹਿਬ। ਹਾਂ ਆਵਾਜ਼, ਹਾਂਜੀ ਹਾਂਜੀ ਹਾਂਜੀ। ਤੇ ਉਹ ਜਿਹੜੀ ਫਿਲਮ ਬਣੀ ਨੇ ਜੀ, ਉਹ ਜਿਨ੍ਹਾਂ ਨੇ ਇਹ ਮਿਸਟਰ ਸਿਧਾਰਥ ਹੈਗੇ ਨੇ ਡਾਇਰੈਕਟਰ, ਇਹਨਾਂ ਨੇ ਚੰਨ ਪ੍ਰਦੇਸੀ ਬਣਾਈ ਰਾਜ ਬੱਬਰ ਜੀ ਦੇ ਨਾਲ, ਹੀਰੋ ਮਹਾਰਾਜ ਰਣਜੀਤ ਸਿੰਘ ਉੱਤੇ ਫਿਲਮ ਬਣਾਇਆ। ਮੇਰਾ ਜਾ ਕੇ ਕੋਈ ਸੰਦੀਪ ਮਿਸਟਰ ਸਿਧਾਰਥ ਹੈਗੇ ਨੇ, ਉਹਨਾਂ ਦਾ ਮੈਨੂੰ ਮਿਲਣ ਦਾ ਮੌਕਾ ਮਿਲਿਆ। ਹਾਂਜੀ, ਕਿਹਨਾਂ ਨੂੰ? ਜਿਨ੍ਹਾਂ ਨੇ ਫਿਲਮ ਬਣਾਈ ਸੀ ਊਧਮ ਸਿੰਘ ਦੇ ਉੱਤੇ। ਠੀਕ ਹੈ ਜੀ, ਉਹਨਾਂ ਦੇ ਗਰੀਬ ਬਾਰੇ ਹਾਂਜੀ
ਵਾਕਈ ਵੀ ਤਾਰੀਫ ਦੇ ਕਾਬਲ ਹੈ। ਉਹ ਜਿਹੜੇ ਕਿਤਾਬ ਨੇ ਉਹ ਪੰਜਾਬੀ ਆਪਣੇ ਭਾਈਚਾਰੇ ਤੋਂ ਨੇ, ਉਹ ਬਹੁਤ ਕਮਾਲ ਪੰਜਾਬੀ ਹਨ। ਉਹਨਾਂ ਦੇ ਜਿੰਨੇ ਫਿਲਮਾਂ ਬਣਾਈਆਂ ਜਾਂ ਜਿੰਨੇ ਕੋਈ ਸਿੱਖ ਇਤਿਹਾਸ ਨਾਲ ਰਿਲੇਟਡ ਉਹ ਮਤਲਬ ਸਹਿਤਰੀ ਪਰਿਵਾਰ ਤੋਂ ਨੇ, ਫਿਰ ਵੀ ਉਹਨਾਂ ਨੂੰ ਜਿੰਨਾ ਗਿਆਨ ਪੰਜਾਬ ਬੰਬੇ ਦੇ ਵਿੱਚ ਰਹਿ ਕੇ ਪੰਜਾਬ ਔਰ ਦੇ ਜਿੰਨਾ ਗਿਆਨ ਹੈ ਨਾ, ਮੈਂ ਉਹਨਾਂ ਨੂੰ ਮਤਲਬ ਰਣਜੀਤ ਸਿੰਘ ਉੱਤੇ ਬੜਾ ਉਹਨਾਂ ਦੀ ਡਿਟੇਲ ਸਟੱਡੀ ਜਿਹੜੇ ਉਹ ਸ਼ਹੀਦ ਊਧਮ ਸਿੰਘ ਦੇ ਬਾਰੇ ਗੱਲ ਹੋਈ ਸੀ, ਉਹਨਾਂ ਦੀ ਬਹੁਤ ਤਰੀਕ ਉਹਨਾਂ ਦੀ ਉਹਨਾਂ ਨੂੰ ਨੌਲੇਜ ਸੀ ਇਹਨਾਂ ਦੇ ਬਾਰੇ। ਤੇ ਉਹਨਾਂ ਨੂੰ ਅੱਜ ਜ਼ਰੂਰ ਸਰਦਾਰ ਜੀ ਮੇਰੇ ਬੜੇ ਮਿੱਤਰ ਨੇ, ਅੱਜ ਨਹੀਂ ਉਹਨਾਂ ਨੂੰ ਧੰਨਵਾਦ ਕਰਨਾ ਕਿ ਉਹਨਾਂ ਨੇ ਆਪਣੇ ਪੰਜਾਬੀ ਭਾਈਚਾਰੇ ਦੀ ਫਿਲਮ ਬਣਾ ਕੇ ਇੱਕ ਮਾਈਕਰੋਨ ਸੈਟਿੰਗ ਕੀਤਾ। ਹਾਂਜੀ, ਫਿਰ ਗੱਲ ਕਰੀਏ ਕਿ ਸ਼ਹੀਦ ਊਧਮ ਸਿੰਘ ਦੀ ਗੱਲ ਕਰੀਏ, ਜਿਹੜੀ ਤੁਸੀਂ ਟੌਪਿਕ ਤੇ ਗੱਲ ਕਰ ਰਹੇ ਉਹ ਜਿਹੜਾ ਉਹਨਾਂ ਦਾ ਨਾਮ ਤਿੰਨ ਧਰਮਾਂ ਨੂੰ ਲੈ ਕੇ ਕੀਤਾ, ਤੇ ਮੈਂ ਗੱਲ ਕਹਾਂਗਾ ਤੇ ਕੋਈ ਸਿੱਖੀ ਦੀ ਫਲਸਫਾ ਹੈਗਾ, ਜਿਹੜਾ ਫਲਸਫਾ ਹੈ ਨਾ ਸਿੱਖ, ਇਹ ਆਪਣੇ ਧਰਮ ਨੂੰ ਤੇ ਮੰਨਦੇ ਬਾਬੇ ਨਾਨਕ ਦੇ ਜਿਹੜੇ ਪੈਰੋਕਾਰ ਆ ਸੀ, ਆਪਣੇ ਧਰਮ ਨੂੰ ਤੇ ਮੰਨਦੇ ਆ। ਸਾਡੀ ਖੂਬੀ ਕਹਿ ਲਓ ਜਾਂ ਸਾਡਾ ਇੱਕ ਸਿਸਟਮ ਦੇਖ ਲਓ ਕਿ ਬਾਬੇ ਨਾਨਕ ਦੇ ਸਾਨੂੰ ਇੱਕ ਦੋ ਉਹਨਾਂ ਦੀ ਸਿੱਖਿਆ ਹੈ, ਅਸੀਂ ਸਾਰੇ ਧਰਮਾਂ ਨੂੰ ਬਰਾਬਰ ਦਾ ਆਦਰ ਮਾਣਦੇ ਜੀ ਜੀ। ਕਈ ਵਾਰ ਕਿੰਨਾ ਹੁੰਦਾ ਹੈ ਕਿ ਅਸੀਂ ਇਹਦੇ ਪੁਰਾਣੇ ਆਪਣੇ ਪੁਰਾਤਨ ਸਿੱਖਾਂ ਨੂੰ ਦੇਖੀਏ, ਉਹ ਬੜੇ ਸੂਝਵਾਨ ਸੀ ਜੀ, ਹਰ ਧਰਮ ਨੂੰ ਬਰਾਬਰ ਦਾ ਆਦਰ ਮਾਣ ਦਿੰਦੇ ਸੀ। ਇਹ ਸਾਡੇ ਧਰਮ ਦੇ ਭਾਈਚਾਰਾ ਸੀ ਜਾਂ ਹਿੰਦੂ ਭਾਈਚਾਰਾ ਸੀ ਪੰਜਾਬ ਦੇ ਵਿੱਚ ਪਹਿਲੇ ਤੇ ਇਹੀ ਦੋ ਮਤਲਬ ਜਿਹੜੀਆਂ ਹੋਰ ਭਾਈਚਾਰੇ ਸੀ, ਇਹਨਾਂ ਦੀ ਪੋਪੂਲੇਸ਼ਨ ਕਿਤੇ ਸਾਡੇ ਨਾਲ ਜ਼ਿਆਦਾ ਸੀ, ਉਹ ਅਸੀਂ ਇਹਨਾਂ ਕਰ ਰਹੇ ਸੀ ਤੇ ਰੂਲ ਤਾਂ ਹੀ ਕਰਕੇ ਕਰਨ ਲਈ ਬਣੇ ਕਿਉਂਕਿ ਅਸੀਂ ਸਭ ਨੂੰ ਬਰਾਬਰ ਆਦਰ ਮਾਣਦੇ ਜੀ ਜੀ। ਸਿੱਖਾਂ ਦੇ ਬੱਚਿਆਂ ਦੀ ਕੀ ਕੁਆਲਿਟੀ ਹੈ, ਤੇ ਉਹ ਸ਼ਹੀਦ ਊਧਮ ਸਿੰਘ ਜਿਹੜੇ ਸਾਡੇ ਵੱਡ ਵਡੇਰੇ ਸੀ, ਉਹਨਾਂ ਨੇ ਜਦੋਂ ਦੇਖਿਆ ਕਿ ਜਿਹੜੇ ਅੰਗਰੇਜ਼ਾਂ ਦੀ ਡਿਵਾਈਡ ਐਂਡ ਰੂਲ ਦੀ ਪਾਲਿਸੀ ਹੈ, ਉਹਦਾ ਜਵਾਬ ਆਪਣਾ ਨਾਮਾਂ ਵਾਲਾ ਨਾਮ ਦੇ ਕੇ ਤੇ ਬਾਬੇ ਨਾਨਕ ਦੀ ਸੂਝ ਤੇ ਪਹਿਰਾ ਦਿੰਦੇ ਹੋਏ ਤੇ ਆਵਾਜ਼ ਨੂੰ ਦੇਖਦੇ ਹੋਏ ਉਹਨਾਂ ਨੇ ਆਪਣਾ ਨਾਮ ਉਹ ਡਿਕਲੇਅਰ ਕਰਕੇ ਦਿੱਤਾ ਕਿ ਉਸ ਨਾਲ ਕੀ ਅੰਗਰੇਜ਼ ਪਏ। ਇਹ ਜਿਹੜਾ ਕੇਸ ਹੈ, ਇਹ ਜਿਹੜਾ ਮੁਕੱਦਮਾ ਹੈ, ਜਦੋਂ ਕੋਈ ਮੁਕੱਦਮਾ ਲਿਖਿਆ ਜਾਂਦਾ ਨਾ ਜੀ ਚੱਲਦਾ ਹੈ, ਤੇ ਉਹਦੇ ਜਿਹੜਾ ਉਹਦੇ ਵਿੱਚ ਪੇਪਰ ਵਰਕ ਚੱਲ ਰਿਹਾ ਨਾ, ਉਹ ਇੱਕ ਰਿਕਾਰਡ ਜਿਹੜਾ ਰਿਕਾਰਡ ਹੈ, ਉਹ ਰਿਕਾਰਡ ਜਿਹੜਾ ਹੈ ਪੂਰੇ ਭਾਰਤ ਨੂੰ ਕੋਟ ਹੈ। ਅੱਜ ਤਾਂ ਸ਼ਹੀਦ ਊਧਮ ਸਿੰਘ ਜੀ ਦਾ ਸਾਡੇ ਪੰਜਾਬ ਮਤਲਬ ਖਿੱਤੇ ਦੇ ਨਿਕਲੇ ਹੋਏ ਹੀਰੋ ਨੂੰ ਉਹਨਾਂ ਦੇ ਨਾਮ ਤੇ ਉੱਤਰਾਖੰਡ ਦੇ ਵਿੱਚ ਇੱਕ ਮਤਲਬ ਨਗਰ ਬਣਿਆ ਸ਼ਹੀਦ ਊਧਮ ਸਿੰਘ ਦੀ ਸਿੱਖ ਬਣੀ ਜੀ ਜੀ ਜੀ। ਵੱਡੀ ਗੱਲ ਹੈ ਕਿ ਇੱਕ ਮਤਲਬ ਇੱਕ ਹੋਰ ਸਟੇਟ ਦੇ ਵਿੱਚ ਜਾ ਕੇ ਵੀ ਉਹਨਾਂ ਦੇ ਨਾਮ ਕਿੰਨੀ ਪੋਪੂਲੈਰਿਟੀ ਹੈ, ਜਾਂ ਅਗਰ ਅਸੀਂ ਪੂਰੇ ਲੈਵਲ ਤੇ ਲਈਏ ਤੇ ਉਹਨਾਂ ਨੂੰ ਇੱਕ ਬੜਾ ਸਨਮਾਨ ਦਿੱਤਾ ਜਾਂਦਾ ਹੈ। ਤੇ ਜਿੱਦਾਂ ਮੈਂ ਤੁਹਾਨੂੰ ਪਹਿਲੇ ਵੀ ਕਹਿ ਰਿਹਾ ਸੀ ਕਿ ਅਸੀਂ ਥੋੜਾ ਜਿਹਾ ਮੰਦਭਾਗੇ ਹੈ ਚਲੋ ਕਿ ਸਾਡੇ ਪਾਕਿਸਤਾਨੀ ਭਰਾ ਨੇ ਜਿਹੜੇ ਬੰਗਲਾਦੇਸ਼ੀ ਵੀ ਹੈਗੇ ਨੇ, ਇਹਨਾਂ ਲੋਕਾਂ ਨੇ ਕਿੰਨਾ ਕੰਮ ਕਰਦੇ ਟਾਵਾ ਕੰਮ ਸਭ ਤੋਂ ਗੁਜ਼ਾਰਿਸ਼ ਕਰਾਂਗਾ ਕਿ ਇਹ ਸ਼ਹੀਦ ਊਧਮ ਸਿੰਘ ਦਾ ਜਿਹੜਾ ਉਪਰਾਲਾ ਸੀ, ਮੈਂ ਫਿਰ ਕਹਿੰਦਾ ਸਿੱਖੀ ਦੀ ਸੋਚ ਤੇ ਪਹਿਰਾ ਦਿੰਦੇ ਹੋਏ ਉਹਨਾਂ ਨੇ ਪੂਰੇ ਸਮਾਜ ਨੂੰ ਇੱਕ ਯੂਨਾਈਟ ਕਰਕੇ ਤੇ ਅੰਗਰੇਜ਼ਾਂ ਨੂੰ ਦਿੱਤਾ ਕਿ ਤੁਹਾਡੀ ਡਿਵਾਈਡ ਐਂਡ ਰੂਲ ਦੀ ਜਿਹੜੀ ਪਾਲਿਸੀ ਹੈ ਨਾ, ਉਹ ਪਾਲਿਸੀ ਨੂੰ ਨਾਕਾਮ ਕਰਦੇ ਹੋਏ ਉਹਨਾਂ ਦੇ ਪੈਕੇਜ ਇਹ ਬਹੁਤ ਵੱਡਾ ਉਹਨਾਂ ਦਾ ਸ਼ਲਾਘਾਯੋਗ ਡਿਸੀਜਨ ਸੀ ਕਿ ਉਹਨਾਂ ਨੇ ਉਸ ਗੱਲ ਨੂੰ ਇਸ ਤਰ੍ਹਾਂ ਡਿਫਾਈਨ ਕਰਕੇ ਕਿਹਾ। ਤੇ ਕਈ ਵਾਰ ਅਸੀਂ ਵੀ ਹੋ ਜਾਂਦੇ ਆ, ਕਈ ਗੱਲਾਂ ਤੇ ਰਿਜਿਟ ਹੋ ਜਾਂਦੇ ਆ ਕਿ ਨਹੀਂ ਜੀ ਉਹਨਾਂ ਨੂੰ ਏਦਾਂ ਨਹੀਂ ਕਰਨਾ ਚਾਹੀਦਾ ਸੀ ਜਾਂ ਉਹਦਾ ਏਦਾਂ ਨਾ। ਇੱਕ ਵਾਰ ਮੇਰੀ ਕਿਸੇ ਨਾਲ ਗੱਲ ਹੋ ਗਈ, ਸਿਰਫ ਇਹਨਾਂ ਨੂੰ ਕਿਹਾ ਵੀ ਦੇਖੋ ਵਕਤ ਦੀ ਆਵਾਜ਼ ਦੇਖੀ ਜਾਂਦੀ ਹੈ ਜੀ, ਤੁਸੀਂ ਕਿਹਦਾ ਨਾਮ ਲੈਣਾ ਹੈ ਤੇ ਉਹ ਚੀਜ਼ ਨੂੰ ਤੁਸੀਂ ਦੇਖਿਆ ਜਾਂਦਾ। ਸੋਚ ਜਿਹੜੀ ਹੈ, ਇਹ ਜਿਹੜੀ ਇਕੁਐਲਿਟੀ ਦੀ ਸੋਚ ਹੈ, ਇਹ ਕਿਤੇ ਨਾ ਕਿਤੇ ਬਾਬੇ ਨਾਨਕ ਦੀ ਦਿੱਤੀ ਹੋਈ ਸਾਨੂੰ ਸੋਚ ਹੈਗੀ ਹੈ ਜੀ। ਉਹਨਾਂ ਦਾ ਜੀਵਨ ਧਾਰਮਿਕ ਤੌਰ ਤੇ ਜਿੱਦਾਂ ਭਾਈ ਸਾਹਿਬ ਦਿਲਬਾਗ ਸਿੰਘ ਜੀ ਦੱਸ ਰਹੇ ਹਨ ਕਿ ਬਈ ਉਹਨਾਂ ਦਾ ਜਿਹੜਾ ਧਾਰਮਿਕ ਜਿਹੜੀ ਸਿੱਖਿਆ ਹੈ ਉਹ ਉਹਨਾਂ ਦੀ ਬੜੀ ਪਰਪੱਕ ਸੀ, ਤੇ ਸ਼ਾਇਦ ਉਹ ਬਾਬੇ ਨਾਨਕ ਦੀ ਸਿੱਖਿਆਵਾਂ ਦਾ ਹੀ ਅਸਰ ਸੀ ਕਿ ਉਹਨਾਂ ਨੇ ਆਪਣੇ ਆਪ ਨੂੰ ਬਹੁਤ ਹੀ
ਸੱਚੇ ਢੰਗ ਨਾਲ ਇੱਕ ਕਹਿੰਦੇ ਮੈਨੂੰ ਨਾ ਕਈ ਵਾਰ ਅਸੀਂ ਕਹਿੰਦੇ ਯਾਰ ਅੰਗਰੇਜ਼ ਬੜੇ ਚਲਾਕ ਸੀ, ਮੈਂ ਉਹਨਾਂ ਦੇ ਸਾਥੀਆਂ ਸਿੱਖਿਆ ਤੇ ਮੈਂ ਕਹਿੰਦਾ ਯਾਰ ਉਹਨਾਂ ਨੇ ਸੱਚ ਦਾ ਕਿਤੇ ਪਰ ਤੁਸੀਂ ਵੀ ਹੁਸ਼ਿਆਰ ਬਣੋ ਨਾ। ਸਾਜ਼ਿਸ਼ ਕਰਨਾ ਕੋਈ ਮਾੜੀ ਗੱਲ ਨਹੀਂ ਹੈ, ਸਾਜ਼ਿਸ਼ ਤੁਸੀਂ ਵੀ ਕਰੋ, ਜਿਹੜਾ ਰੂਲਰ ਹੈ ਉਹ ਸਾਜ਼ਿਸ਼ ਕਰੇ, ਲੇਕਿਨ ਤੁਸੀਂ ਸਾਜ਼ਿਸ਼ ਤੋੜਨ ਦੀ ਸਾਜ਼ਿਸ਼ ਕਰੇ ਤੇ ਤੁਸੀਂ ਜੋੜਨ ਦੀ ਸਾਜ਼ਿਸ਼ ਕਰੋ। ਕਿਸੇ ਚੀਜ਼ ਨੂੰ ਜੋੜਦੇ ਹੋ ਜਾਂ ਜੋੜ ਕੇ ਚੱਲਦੇ ਹੋ ਤੇ ਉਹਦੇ ਲਈ ਇੱਕ ਮੈਂ ਕਹਿੰਦਾ ਮਤਲਬ ਉਹ ਬੜੀ ਪ੍ਰੂਡੈਂਸੀ ਦੀ ਗੱਲ ਹੈ, ਬੜੀ ਹੀ ਵਿਦਵਤਾ ਦੀ ਗੱਲ ਹੈ ਕਿ ਉਹਨਾਂ ਨੇ ਹਾਂਜੀ ਬਿਲਕੁਲ, ਕਿਉਂਕਿ ਗੱਲ ਹੈ ਵੀ ਚੰਗਿਆਈ ਦਾ ਜਵਾਬ ਜਿਹੜਾ ਹੈਗਾ ਹੈ, ਚੰਗਿਆਈ 'ਚ ਜਵਾਬ ਦੇਣਾ ਬੁਰਾਈ ਦਾ, ਇਹ ਬੜਾ ਜ਼ਰੂਰੀ ਹੈ। ਇਹ ਕਿਉਂਕਿ ਉਦੋਂ ਹੀ ਇਹ ਚੀਜ਼ਾਂ ਹੋ ਸਕਦੀਆਂ ਜੇ ਤੁਸੀਂ ਇਹ ਚੀਜ਼ ਦਾ ਗਿਆਨ ਰੱਖਦੇ ਹੋ, ਜੇ ਕਿਸੇ ਦੀ ਚਾਲ ਸਮਝਦੇ ਆ। ਇਹ ਰਾਮ ਮੁਹੰਮਦ ਸਿੰਘ ਆਜ਼ਾਦ ਜਿਹੜਾ ਸਾਹਮਣੇ ਨਾਮ ਹੁੰਦਾ ਹੈ, ਉਹ ਇਹੀ ਗੱਲ ਸੀ ਵੀ ਅੰਗਰੇਜ਼ਾਂ ਦੀ ਚਤੁਰਾਈ ਨੂੰ ਕਿਸੇ ਤਰੀਕੇ ਨਾਲ ਕਾਟ ਕਰਨਾ, ਤੇ ਇਹ ਕਾਟ ਕਰਨ ਦਾ ਤਰੀਕਾ ਸੀ ਕਿਉਂਕਿ ਉਹਨਾਂ ਦਾ ਤਾਂ ਡਿਵਾਈਡ ਐਂਡ ਰੂਲ ਜਿਹੜਾ ਹੈਗਾ ਪਾਲਿਸੀ ਹਮੇਸ਼ਾ ਰਹੀ ਸੀਗੀ। ਤੇ ਜਦੋਂ ਉਹਨਾਂ ਨੇ ਨਾਮ ਸੁਣਿਆ ਜਾਂ ਉਹਨਾਂ ਨੇ ਇਹ ਚੀਜ਼ ਕੀਤਾ ਤੇ ਉਹ ਇੱਕਦਮ ਹੈਰਾਨ ਵੀ ਰਹਿ ਗਏ ਤੇ ਉਹਨਾਂ ਨੇ ਕਹਿੰਦੇ ਵੀ ਦਿਮਾਗੀ ਤੌਰ ਤੇ ਜ਼ਿਹਨੀ ਤੌਰ ਤੇ ਬਿਮਾਰ ਸਾਬਤ ਕਰਨ ਦੀ ਜਿਹੜੀ ਹੈਗੀ ਆ ਊਧਮ ਸਿੰਘ ਜੀ ਨੂੰ ਕੋਸ਼ਿਸ਼ ਵੀ ਕੀਤੀ, ਵੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹਦੇ ਵਿੱਚ ਵੀ ਉਹ ਕਾਮਯਾਬ ਨਹੀਂ ਹੋ ਸਕੇ। ਫਿਰ ਊਧਮ ਸਿੰਘ ਜੀ ਨੇ ਆਪ ਇਹ ਚੀਜ਼ ਨੂੰ ਫਿਰ ਮੰਨਿਆ ਤੇ ਮੈਂ ਜਿਹੜਾ ਹੈਗਾ 21 ਸਾਲ ਤੋਂ ਇਹ ਟਾਰਗੇਟ ਨੂੰ ਮੁੱਖ ਰੱਖ ਕੇ ਕਿ ਮੈਂ ਇਸ ਦੁਸ਼ਟ ਇਸ ਜ਼ਾਲਮ ਤੋਂ ਜਿਹੜਾ ਹੈਗਾ ਮੈਂ ਆਪਣੇ ਉਹ ਬੇਕਸੂਰ ਭਰਾਵਾਂ ਦਾ ਜਿਨ੍ਹਾਂ ਦਾ ਇਨ ਕਤਲ ਕੀਤਾ, ਇਕੱਠਾ ਮਿਲ ਕੇ ਕਤਲੇਆਮ ਕੀਤਾ ਜਲਿਆਂਵਾਲੇ ਬਾਗ ਦੇ ਵਿੱਚ, ਮੈਂ ਉਹਦਾ ਬਦਲਾ ਲੈਣਾ। ਮੈਂ ਉਸ ਸੋਚ ਨੂੰ ਮੁੱਖ ਰੱਖ ਕੇ ਹੁਣ ਤੱਕ ਆਪਣਾ ਜਿੰਨਾ ਸੰਘਰਸ਼ ਆ, ਆਪਣੇ ਨਾਮ ਬਦਲੇ, ਫੈਕਟਰੀਆਂ 'ਚ ਕੰਮ ਕੀਤਾ, ਕਈ ਕੁਛ ਕੀਤਾ, ਕਿੱਥੋਂ ਗਏ ਸੰਘਰਸ਼, ਕਿਉਂਕਿ ਜੀਵਨ ਦੇ ਸ਼ੁਰੂ 'ਚ ਦੇਖ ਲਿਆ ਜਵਾਨੀ ਤੋਂ ਸੰਘਰਸ਼ ਸ਼ੁਰੂ ਹੋ ਗਿਆ। ਜਦੋਂ ਐਜੂਕੇਸ਼ਨ ਲੈ ਕੇ ਬਾਹਰ ਨਿਕਲਿਆ ਉਤਲੀ ਘਰ ਤੋਂ, ਅੰਮ੍ਰਿਤਸਰ ਤੋਂ, ਉਹ ਤੋਂ ਬਾਅਦ 'ਚ ਕਹਿੰਦੇ ਉਹ ਅਮਰੀਕਾ ਜਾਂਦੇ ਆ, ਅਮਰੀਕਾ ਵੀ ਜਾਂਦੇ ਆ, ਸੈਨ ਫਰਾਂਸਿਸਕੋ ਦੇ ਵਿੱਚ ਉਹ ਗਦਰ ਪਾਰਟੀ ਦੇ ਜਿਹੜੀ ਹੈਗੀ ਆ ਮੋਹਰੀ ਰੂਪ ਦੇ ਵਿੱਚ ਜਿਹੜੀ ਹੈਗੀ ਆ ਉੱਥੇ ਭੂਮਿਕਾ ਨਿਭਾਉਂਦੇ। ਉੱਥੋਂ ਫਿਰ ਵਾਪਸ ਆ ਕੇ ਸ਼ਹੀਦ ਭਗਤ ਸਿੰਘ ਦੇ ਨਾਲ ਰਲਦੇ ਆ, ਕਹਿੰਦੇ ਉੱਥੇ ਮੁਲਾਕਾਤ ਵੀ ਹੁੰਦੀ ਹੈ। ਫਿਰ ਇਹ ਹਥਿਆਰਬੰਦ ਸੰਘਰਸ਼ ਦੇ ਵਿੱਚ, ਕਿਉਂਕਿ ਜਲੰਧਰ ਤੋਂ ਗਦਰ ਪਾਰਟੀ ਦੇ ਇੱਕ ਲੀਡਰ ਸੀ ਮਾਸਟਰ ਮੋਤਾ ਸਿੰਘ ਜੀ, ਉਹਨਾਂ ਦੇ ਨਾਲ ਵੀ ਇਹ ਸੰਪਰਕ ਚਾਹੁੰਦੇ ਹੋ, ਉਹ ਇਹਨਾਂ ਨੂੰ ਐਜੂਕੇਟ ਕਰਦੇ ਆ ਇਸ ਚੀਜ਼ ਦੇ ਵਾਸਤੇ ਵੀ ਗਦਰ ਮੂਵਮੈਂਟ ਨੂੰ ਤੁਸੀਂ ਕਿਸ ਤਰੀਕਾ ਦੇ ਨਾਲ ਚਲਾਉਣਾ ਹੈਗਾ, ਤੇ ਉਹਦੇ ਵਿੱਚ ਇਹ ਆਪਣਾ ਮੋਹਰੀ ਰੋਲ ਨਿਭਾਉਂਦੇ ਆ। ਸਿਰਫ ਇਹ ਨਹੀਂ ਵੀ ਇੱਕ ਗੋਰੇ ਆਫੀਸਰ ਨੂੰ ਮਾਰ ਦਿੱਤਾ ਤੇ ਐਡੀ ਕੁਰਬਾਨੀਆਂ, ਇਹਦੇ ਪਿੱਛੇ ਇੱਕ ਬਹੁਤ ਵੱਡੀ ਵੈਲ ਪਲੈਨਿੰਗ ਸੀ ਸ਼ਹੀਦ ਊਧਮ ਸਿੰਘ ਦੀ, ਉਹ ਜਿਹੜੀ ਹੈਗੀ ਆ ਬੜੀ ਯਾਦ ਕਰਨ ਦੀ ਜ਼ਰੂਰਤ ਹੈਗੀ ਆ। ਬੜਾ ਕਮਾਲ ਦਾ ਇਤਿਹਾਸ ਹੈਗਾ ਸ਼ਹੀਦ ਊਧਮ ਸਿੰਘ ਦਾ, ਜਿੱਥੇ ਤੱਕ ਮੇਰੀ ਆਪਣੀ ਸੋਚ ਕੰਮ ਕਰਦੀ, ਜਿੰਨਾ ਕਿ ਅਸੀਂ ਸਮਝ ਸਕੇ ਆ, ਸ਼ਾਇਦ ਅਸੀਂ ਪੂਰਾ ਨਾ ਸਮਝ ਸਕੀਏ। ਪਿੱਛੇ ਜੇ ਇੱਕ ਵਿਡੰਬਨਾ ਹੋਈ ਸੀ ਕਿ ਸ਼ਹੀਦ ਊਧਮ ਸਿੰਘ ਦਾ ਪੋਤਾ, ਸਰਕਾਰਾਂ ਦਾ ਆਪਣੀਆਂ ਦਾ ਹਾਲ, ਕਿਉਂਕਿ ਇਹ ਵੀ ਜਿਹੜੀਆਂ ਗੱਲਾਂ ਹੋਣੀਆਂ ਸਾਹਮਣੇ ਜੀ, ਕਹਿੰਦੇ ਵੀ ਉਹ ਦਿੱਲੀ ਜਾ ਕੇ ਵਿਚਾਰਾ ਉਹ ਮਜ਼ਦੂਰੀ ਕਰਦਾ ਸੀ, ਦਿੱਲੀ ਜਾ ਕੇ ਸਰਕਾਰਾਂ ਦੇ ਚੱਕਰ ਕੱਢਦਾ ਰਿਹਾ। ਅੱਜ ਤੋਂ 5 ਸਾਲ ਪਹਿਲਾਂ ਦੀ ਸ਼ਾਇਦ ਗੱਲ ਹੈ, ਕਹਿੰਦੇ ਫਿਰ ਉਹਨੇ ਖੁਦਕੁਸ਼ੀ ਕਰ ਲਈ, ਫਾਹ ਲੈ ਕੇ ਖੁਦਕੁਸ਼ੀ ਕਰ ਲਈ। ਉਹ ਸ਼ਹੀਦ ਊਧਮ ਸਿੰਘ ਦਾ ਪੋਤਾ ਕਹਾਉਂਦਾ ਸੀ, ਸ਼ਾਇਦ ਉਹਦੇ ਪਰਿਵਾਰ ਦੇ ਵਿੱਚ ਸੀ, ਪਰਿਵਾਰ ਦੀ ਵੀ ਸਾਡੇ ਦੇਸ਼ ਦੇ ਜਿਹੜੀਆਂ ਗੌਰਮੈਂਟਾਂ ਜਿਹੜੀਆਂ ਹੈਗੀਆਂ ਇੰਨੀ ਕੁ ਪਰਵਾਹ ਕਰ ਸਕੀਆਂ ਕਿ ਉਹਨਾਂ ਦੇ ਪਰਿਵਾਰ ਜਿਨ੍ਹਾਂ ਨੇ ਦੇਸ਼ ਦੇ ਵਾਸਤੇ ਐਡੀ ਵੱਡੀ ਕੁਰਬਾਨੀ ਕੀਤੀ, 20 ਸਾਲ ਬਾਅਦ ਜਿਹੜੀ ਹੈਗੀ ਹੈ ਟੱਕਰ ਲਈ। ਤੇ ਜਦੋਂ ਕਹਿੰਦੇ ਫਾਂਸੀ ਚੜਨ ਲੱਗੇ ਤੇ ਗਾਂਧੀ ਨੇ ਤੇ ਨਹਿਰੂ ਨੇ ਊਧਮ ਸਿੰਘ ਦੀ ਆਲੋਚਨਾ ਕੀਤੀ, ਜਦੋਂ ਅੰਗਰੇਜ਼ ਆਫੀਸਰ ਨੂੰ ਮਾਰਿਆ ਤੇ ਇਹਦੀ ਆਲੋਚਨਾ ਕੀਤੀ। ਕਹਿੰਦੇ ਇੱਕ ਸੁਭਾਸ਼ ਚੰਦਰ ਬੋਸ ਜਿਹੜਾ ਸੀਗਾ ਨਾ, ਉਹਨੇ ਸਰਾਹਨਾ ਕੀਤੀ ਸੀਗੀ ਊਧਮ ਸਿੰਘ ਜੀ ਦੀ ਇਸ ਐਕਸ਼ਨ ਦੀ ਜਿਹੜੀ ਹੈਗੀ ਆ ਸਰਾਹਨਾ ਜਿਹੜੀ ਹੈਗੀ ਸੁਭਾਸ਼ ਚੰਦਰ ਬੋਸ ਨੇ ਕੀਤੀ ਸੀ। ਤੇ ਮਗਰ ਜਿਹੜੇ ਇਹ ਕਾਂਗਰਸ ਦੇ ਪ੍ਰਮੁੱਖ ਉਸ ਵੇਲੇ ਦੇ ਲੀਡਰ ਸੀਗੇ, ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਜਿਹੜੇ ਆਪਣੇ ਆਪ ਨੂੰ ਕਹਾਉਂਦੇ ਸੀਗੇ ਤੇ ਬਾਅਦ ਦੇ ਵਿੱਚ ਸਾਰੀਆਂ ਪਦਵੀਆਂ ਜਿਨ੍ਹਾਂ ਨੇ ਲਈਆਂ, ਇਹ ਆਲੋਚਨਾ ਹੀ ਕਰਦੇ ਰਹੇ। ਇਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਵੀ ਇਹ ਐਡੀ ਵੱਡੀ ਗੱਲ ਜਿਹੜੀ ਹੋਈ ਹੈ ਤੇ ਉਹਦਾ ਜਿਹੜਾ ਹੈਗਾ ਇਸ ਤਰੀਕੇ ਨਾਲ ਰਿਵੈਂਜ ਲਿਆ। ਸਰਦਾਰ ਦਿਲਬਾਗ ਸਿੰਘ ਜੀ, ਤੁਸੀਂ ਕੀ ਕਹਿਣਾ ਚਾਹੋਗੇ ਇਹਨਾਂ ਗੱਲਾਂ ਦੇ ਬਾਰੇ? ਇਹ ਜਿਹੜੇ ਲੀਡਰ ਹੈ ਸ਼ੁਰੂ ਤੋਂ ਇਦਾਂ ਦੇ ਰਹੇ ਆ, ਦੇਖ ਲਓ ਉਸ ਵੇਲੇ ਵੀ ਇਦਾਂ ਦੀ ਇਹਨਾਂ ਦੀ ਸੋਚ ਸੀ। ਸਰਦਾਰ ਦਿਲਬਾਗ ਸਿੰਘ ਜੀ, ਤੁਸੀਂ ਹਾਜ਼ਰ ਹੈ ਜੀ? ਮੇਰੇ ਖਿਆਲ ਨਾਲ ਸ਼ਾਇਦ ਉਹ ਡਿਸਕਨੈਕਟ ਹੋ ਗਿਆ। ਸਰਦਾਰ ਰਜਿੰਦਰ ਸਿੰਘ ਜੀ, ਤੁਸੀਂ ਆਪਣੇ ਵਿਚਾਰ ਰੱਖੋ ਇਸ ਪ੍ਰਥਾਏ, ਦੇਖ ਲਓ ਇਹ ਕਿੱਦਾਂ ਇਹਨਾਂ ਲੋਕਾਂ ਦੀ ਜਿਹੜੀ ਸੋਚ ਹੈ ਕਿਸ ਤਰ੍ਹਾਂ ਦੀ ਰਹਿੰਦੀ ਰਹੀ ਹੈ। ਤੇ ਹਾਂਜੀ, ਮੇਰੇ ਖਿਆਲ ਨਾਲ ਦਿਲਬਾਗ ਸਿੰਘ ਜੀ ਹਾਜ਼ਰ ਹੋ ਗਏ, ਸ਼ਾਇਦ ਮਿਊਟ ਆਪਣੇ ਆਪ ਨੂੰ ਅਨਮਿਊਟ ਕਰ ਲਓ। ਹਾਂਜੀ, ਮੇਰੀ ਆਵਾਜ਼ ਤੁਸੀਂ ਮੇਰੀ ਗੱਲ ਸੁਣੀ ਹੈ ਜੀ? ਮੈਂ ਤੁਹਾਡੀ ਗੱਲ ਸੁਣ ਲਈ ਹੈ ਜੀ। ਸਰਕਾਰਾਂ ਨੂੰ ਨਾ ਤਾਂ ਸਾਡੇ ਸੂਰਮੇ ਯੋਧੇ ਪਚੇ ਨੇ, ਉਹਨਾਂ ਨੂੰ ਨਾ ਸੰਘਰਸ਼ਾਂ ਦੇ ਵਿੱਚ ਜਿਹੜੀ ਹੱਕਾਂ ਦੀ ਲੜਾਈ ਉਹਨੂੰ ਵੀ ਉਹਨਾਂ ਨੇ ਕ੍ਰੈਡਿਟ ਵਾਰ ਦੇ ਹਿਸਾਬ ਦੇ ਨਾਲ
ਜਿਹੜੀ ਗੰਦੀ ਲੀਡਰਸ਼ਿਪ ਸੀ, ਸੋਚ ਰੱਖਣ ਵਾਲੀ, ਉਹਨਾਂ ਨੇ ਹਮੇਸ਼ਾ ਜਿਹੜਾ ਵਾ ਉਹ ਵਰਤਿਆ ਵਾ। ਤੁਸੀਂ ਆਪਾਂ ਇੱਕ ਗੱਲ ਨਿੱਤਰ ਕੇ ਸਾਹਮਣੇ ਆਉਂਦੀ ਆ ਸ਼ਹੀਦ ਸਰਦਾਰ ਊਧਮ ਸਿੰਘ ਦੀ ਇਹ ਸਾਰੀ ਬਾਤ ਪਾਉਂਦਿਆਂ ਕਿ ਜਿਹੜਾ DNA ਹੈ ਸਾਡਾ, ਜਿਹੜਾ ਖੂਨ ਸੀ, ਉਹ ਬੜਾ ਅਣਖ ਤੇ ਗੈਰਤ ਵਾਲਾ ਹੈ। ਸਾਡਾ ਪੰਜਾਬੀਆਂ ਦਾ, ਸਰਦਾਰਾਂ ਦਾ ਜਿਹੜਾ DNA ਹੈ ਉਹ ਬੜਾ ਬਾ ਕਮਾਲ ਹੈ। ਪਰ ਤੁਸੀਂ ਦੇਖੋ ਉਸ ਸਾਡੇ ਅਸਲੇ ਨੂੰ ਖਤਮ ਕਰਨ ਵਾਸਤੇ ਇਹ ਵੀ ਤਾਂ ਸਰਕਾਰਾਂ ਦੀ ਚਾਲ ਹੀ ਹੈ ਨਾ ਕਿ ਅੱਜ ਨਸ਼ੇ ਜਿਹੜੇ ਨੇ ਉਹ ਸਾਰਾ ਪੰਜਾਬ ਦੇ ਵਿੱਚ ਦੀ ਲੰਘਾਏ ਜਾ ਰਹੇ ਨੇ। ਹਾਲਾਂਕਿ ਰਾਜਸਥਾਨ ਦਾ ਕਿੰਨਾ ਬਾਰਡਰ ਲੱਗਦਾ ਹੈ, ਕਸ਼ਮੀਰ ਦਾ ਕਿੰਨਾ ਬਾਰਡਰ ਲੱਗਦਾ ਹੈ, ਤੇ ਕਨੈਕਸ਼ਨ ਵੀਕ ਹੋ ਰਿਹਾ ਸਰਦਾਰ ਦਿਲਬਾਗ ਸਿੰਘ। ਸਰਕਾਰਾਂ ਲਈ ਅੱਜ ਵੀ ਚੈਲੰਜ ਬਣਦਾ ਹੈ। ਹੈਲੋ, ਹਾਂਜੀ ਹੁਣ ਆ ਰਹੀ ਆਵਾਜ਼? ਹਾਂਜੀ ਆ ਰਹੀ। ਹੁਣ ਫਿਰ ਆਪਣੀ ਗੱਲ ਦੁਬਾਰਾ ਕਰੋ ਜਿਹੜੀ ਕੀਤੀ। ਹਾਂ, ਮੈਂ ਕਹਿ ਰਿਹਾ ਕਿ ਸਰਕਾਰਾਂ ਦੇ ਵਾਸਤੇ ਸੁਨਾਮ ਦੀ ਧਰਤੀ ਸ਼ਹੀਦ ਊਧਮ ਸਿੰਘ ਦਾ ਜਿਹੜਾ ਅਸਲਾ ਹੈ ਨਾ, ਜਿਹੜਾ DNA ਹੈ ਸਾਡਾ ਪੰਜਾਬੀਆਂ ਸਰਦਾਰਾਂ ਦਾ, ਉਹ ਹਮੇਸ਼ਾ ਇਹਨਾਂ ਦੇ ਵਾਸਤੇ ਨੀਂਦ ਹਰਾਮ ਕਰਦਾ ਹੈ। ਇਹੀ ਕਾਰਨ ਹੈ ਕਿ ਅੱਜ ਵਿਦ ਕੇ ਮਿੱਥ ਕੇ ਜਿਹੜਾ ਹੈ ਉਹ ਪੰਜਾਬ ਦੀ ਜਵਾਨੀ ਨੂੰ ਨਸ਼ੇ ਤੇ ਲਾਇਆ ਗਿਆ ਹੈ, ਗੰਦੀ ਰਾਜਨੀਤੀ ਦੇ ਵਿੱਚ ਪਾਇਆ ਗਿਆ ਹੈ। ਅੱਜ ਤੁਸੀਂ ਦੇਖ ਲਓ ਝਗੜੇ ਜਿਹੜੇ ਨੇ ਉਹ ਭਰਾ ਮਾਰੂ ਜੰਗ ਹੋ ਰਹੇ ਨੇ, ਗੈਂਗਸਟਰ ਬਣਾਇਆ ਜਾ ਰਿਹਾ ਹੈ ਪੰਜਾਬੀਆਂ ਨੂੰ। ਜਿਹੜੇ ਯੂਥ ਨੇ ਸਰਦਾਰ ਊਧਮ ਸਿੰਘ ਨੂੰ ਰੋਲ ਮਾਡਲ ਬਣਾਉਣਾ ਸੀ, ਉਹਨਾਂ ਨੂੰ ਅੱਜ ਗੈਂਗਸਟਰ ਕਹਿ ਕੇ ਮਾਰਿਆ ਜਾ ਰਿਹਾ, ਜੇਲ੍ਹਾਂ 'ਚ ਸੁੱਟਿਆ ਜਾ ਰਿਹਾ, ਖਪਾਇਆ ਜਾ ਰਿਹਾ। ਇਹ ਵੀ ਤਾਂ ਇੱਕ ਰਾਜਨੀਤੀ ਦੀ ਚਾਲ ਹੀ ਹੈ ਨਾ। ਬਿਲਕੁਲ ਬਿਲਕੁਲ। ਜਿਹੜੇ ਊਧਮ ਸਿੰਘ ਜੀ ਦੇ ਪੋਤੇ ਨੇ ਖੁਦਕੁਸ਼ੀ ਕੀਤੀ ਸੀ 5 ਸਾਲ ਪਹਿਲਾਂ ਦੀ ਗੱਲ ਹੈ, ਸ਼ਾਇਦ ਤੁਸੀਂ ਪੜ੍ਹੀ ਵੀ ਹੋਵੇਗੀ। ਇਹ ਸਰਕਾਰਾਂ ਦੀ ਬੇਰੁਖੀ ਦਾ ਨਤੀਜਾ ਹੈ ਕਿ ਐਡੀ ਵੱਡੀ ਕੁਰਬਾਨੀ ਹੋਵੇ ਤੇ ਇੰਨਾ ਮਹਾਨ ਯੋਗਦਾਨ ਹੋਵੇ ਦੇਸ਼ ਦੀ ਜੰਗੇ ਆਜ਼ਾਦੀ ਦੇ ਵਿੱਚ, ਤੇ ਉਹਦਾ ਪਰਿਵਾਰ ਜਿਹੜਾ ਗੌਰਮੈਂਟ ਸਾਂਭ ਨਾ ਸਕੇ, ਉਹਨੂੰ ਇੱਕ ਟਾਈਮ ਦੀ ਰੋਟੀ ਦੇ ਵਾਸਤੇ ਵੀ ਦਰਗੁਜ਼ਾਰ ਜਿਹੜਾ ਹੈਗਾ ਆ। ਕਿਉਂਕਿ 2 ਫੋਟੋਆਂ ਉਸ ਵੇਲੇ ਸਾਹਮਣੇ ਆਈਆਂ ਸੀਗੀਆਂ ਵੀ ਇੱਕ ਤੇ ਊਧਮ ਸਿੰਘ ਜੀ ਦਾ ਜਿਹੜਾ ਪੋਤਾ ਸੀਗਾ, ਸ਼ਾਇਦ ਉਹਦੇ ਪਰਿਵਾਰ ਦੇ ਵਿੱਚੋਂ ਹੋਣਗੇ, ਕੋਈ ਵੀ ਸ਼ਰੀਕਾ ਭਾਈਚਾਰਾ ਛਾਏ ਹੋਵੇ, ਉਹ ਇੱਕ ਜਗ੍ਹਾ ਤੇ ਇੱਟਾਂ ਸਿਰ ਤੇ ਲੱਦੀਆਂ ਤੇ ਉਹ ਜਿੱਦਾਂ ਦਿਹਾੜੀਦਾਰ ਕੰਮ ਕਰਦੇ ਉਹਦਾ ਕੰਮ ਕਰ ਰਿਹਾ। ਤੇ ਦੂਸਰੇ ਉਹ ਤੋਂ ਕੁਛ ਚਿਰ ਬਾਅਦ ਫਿਰ ਫੋਟੋ ਆਈ ਵੀ ਉਹਨੇ ਆਪਣੇ ਆਪ ਨੂੰ ਫਾਹ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਤੇ ਮੈਂ ਉਹ ਗੱਲ ਸਾਹਮਣੇ ਲਿਆਉਣਾ ਚਾਹੁੰਦਾ ਵਾਇਸ ਆਫ ਮਾਨਵਤਾ ਦੇ ਥਰੂ ਕਿ ਸਾਡੇ ਜਿਹੜੇ ਸ਼ਹੀਦ ਹੈ ਉਹਨਾਂ ਦਾ ਸਾਡੀਆਂ ਸਰਕਾਰਾਂ ਜਾਂ ਸਾਡਾ ਸਿਸਟਮ ਆਹ ਹਾਲ ਕਰਦਾ। ਉਹਨਾਂ ਨੇ ਪਰਵਾਹ ਨਹੀਂ ਕੀਤੀ। ਉਹਨਾਂ ਨੇ ਸਾਨੂੰ ਅੱਜ ਅਸੀਂ ਬੋਲਣ ਦੇ ਇਹਨਾਂ ਪਲੇਟਫਾਰਮਾਂ ਦੇ ਉੱਤੇ ਇਹ ਦੇਸ਼ ਆਜ਼ਾਦ ਹੋਇਆ ਕਿ ਨਹੀਂ, 90% ਦੇ ਲਾਗੇ ਛਾਗੇ ਪੰਜਾਬੀ ਲੋਕਾਂ ਨੇ ਆਪਣੀਆਂ ਕੁਰਬਾਨੀਆਂ ਕੀਤੀਆਂ, ਮਗਰ ਇਹ ਜਿਹੜਾ ਸਿਸਟਮ ਜਿਹੜਾ ਅਜੇ ਤੱਕ ਵੀ ਉਸ ਤਰ੍ਹਾਂ ਦਾ ਉਸ ਤਰ੍ਹਾਂ ਹੀ ਐਜ਼ ਇਟ ਇਜ਼ ਚੱਲੀ ਜਾ ਰਿਹਾ ਹੈ ਨਹੀਂ। ਤੇ ਉਹਦੇ ਬਾਰੇ ਸਰਦਾਰ ਰਜਿੰਦਰ ਸਿੰਘ ਜੀ ਤੁਸੀਂ ਕੀ ਵਿਚਾਰ ਰੱਖੋਗੇ ਆਪਣੇ? ਮੈਂ ਇੱਕ ਗੱਲ ਕਹਿਣਾ ਸਰਦਾਰ ਸਾਹਿਬ ਮਨਦੀਪ ਸਿੰਘ ਜੀ, ਮੈਂ ਇੱਕ ਗੱਲ ਜ਼ਰੂਰ ਕਹਾਂਗਾ, ਜਿਹੜਾ ਵੀ ਪਰਿਵਾਰ, ਜਿਹੜਾ ਵੀ ਸ਼ਹੀਦ ਕੁਰਬਾਨੀ ਕਰਦਾ ਹੈ, ਉਸ ਖਾਲੀ ਸ਼ਹੀਦ ਦੀ ਕੁਰਬਾਨੀ ਨਹੀਂ ਹੁੰਦੀ, ਉਸ ਪਰਿਵਾਰ ਨੂੰ ਵੀ ਬੜਾ ਤਸ਼ੱਦਦ ਝੇਲਣਾ ਪੈਂਦਾ ਹੈ ਉਸ ਸ਼ਹਾਦਤ ਤੋਂ ਬਾਅਦ। ਅਗਰ ਤੁਸੀਂ ਦੇਖੋਗੇ ਸ਼ਹੀਦ ਊਧਮ ਸਿੰਘ ਦਾ, ਤੇ ਅਗਰ ਤੁਸੀਂ 7 ਸਾਲ, ਅਗਰ ਉਹਨਾਂ ਨੂੰ 1940 ਚ ਫਾਂਸੀ ਦਿੱਤੀ ਗਈ, ਅੱਜ ਦੇ ਦਿਨ 1940 31 ਜੁਲਾਈ ਤੋਂ 7 ਸਾਲ ਅੰਗਰੇਜ਼ਾਂ ਦਾ ਰਾਜ ਰਿਹਾ, ਤੇ ਤੁਸੀਂ ਕੀ ਜਾਣਦੇ ਹੋ ਕਿ ਉਹਨਾਂ ਦੇ ਪਰਿਵਾਰ ਤੇ ਤਸ਼ੱਦਦ ਨਹੀਂ ਹੋਇਆ ਹੋਏਗਾ? ਜਿਹੜਾ ਉਹਨਾਂ ਦਾ ਪਰਿਵਾਰ ਇੱਥੇ ਹੈਗਾ ਸੀ ਉਹ ਤੇ ਤਸ਼ੱਦਦ ਨਹੀਂ ਹੋਏਗਾ, 101% ਤਸ਼ੱਦਦ ਹੋਇਆ ਹੋਏਗਾ। 7 ਸਾਲ ਅੰਗਰੇਜ਼ਾਂ ਨੇ ਉਹਨਾਂ ਦੇ ਪਰਿਵਾਰ ਤੇ ਤਸ਼ੱਦਦ ਕੀਤਾ। ਉਸ ਤੋਂ ਬਾਅਦ ਜਿਹੜੀਆਂ ਸਮੇਂ ਦੀਆਂ ਸਾਡੀਆਂ ਵੀ ਸਰਕਾਰਾਂ ਆਈਆਂ, ਇਹਨਾਂ ਨੇ ਬਾਕੀ ਫਰੀडम ਫਾਈਟਰ ਨੂੰ ਪੈਨਸ਼ਨ ਤੇ ਲਗਾਈਆਂ, ਲੇਕਿਨ ਜਿਹੜੇ ਇਹ ਰੋਲ ਮਾਡਲ ਸੀ ਜਿਨ੍ਹਾਂ ਨੇ ਆਪਣੀ ਜਾਨਾਂ ਦੇਤੀਆਂ, ਉਹਨਾਂ ਦੇ ਪਰਿਵਾਰਾਂ ਨੂੰ ਐਸਟੈਬਲਿਸ਼ ਕਰਨ ਲਈ ਕਿਤੇ ਨਾ ਕਿਤੇ ਸਰਕਾਰਾਂ ਨਾਕਾਮ ਰਹੀਆਂ ਸਾਰੀਆਂ ਹਿੰਦੁਸਤਾਨ ਦੀਆਂ। ਉਸ ਸਮੇਂ ਦੀਆਂ ਜਿਹੜੀਆਂ ਸਾਡੀਆਂ ਸਰਕਾਰਾਂ ਬਣੀਆਂ, ਉਹਨਾਂ ਸਰਕਾਰਾਂ ਨੇ ਇੱਕ ਪਾਲਿਸੀ ਬਣਾਈ ਜਾਣੀ ਚਾਹੀਦੀ ਸੀ ਜਿਨ੍ਹਾਂ ਨੇ ਦੇਸ਼ ਲਈ ਕੁਰਬਾਨੀ ਕੀਤੀ। ਹੁਣ ਤੁਸੀਂ ਦੇਖੋ ਪਿੱਛੇ ਸ਼ਹੀਦ ਭਗਤ ਸਿੰਘ ਦੇ ਪਰਿਵਾਰ ਚ ਉਹਨਾਂ ਨੇ ਦੱਸਿਆ ਸੀ, ਉਦੋਂ ਉਹਨਾਂ ਦੇ ਪਰਿਵਾਰ ਚ ਇੱਕ ਬੰਦੇ ਨੇ ਦੱਸਿਆ ਸੀ, ਅੱਜ ਤੋਂ 7-8 ਸਾਲ ਪਹਿਲੇ ਦੀ ਗੱਲ ਹੈ, ਉਹਨੇ ਦੱਸਿਆ ਕਿ ਏਜੰਸੀਆਂ ਦੇ ਬੰਦੇ ਸਾਡੇ ਘਰ ਆ ਕੇ ਰਹਿੰਦੇ ਨੇ। ਭਾਰਤ ਆਜ਼ਾਦ ਹੋਣ ਦੇ ਬਾਵਜੂਦ ਵੀ ਏਜੰਸੀਆਂ ਦੇ ਬੰਦੇ ਕਿਤੇ ਸਾਡੇ ਘਰ ਆ ਕੇ ਬੰਦਾ ਰਹਿੰਦਾ ਹੁੰਦਾ ਸੀ। ਉਹ ਕਾਰਨ ਕੀ ਹੈ ਕਿ ਲੋਕਾਂ ਨੂੰ, ਜਿਹੜੇ ਹੁਕਮਰਾਨ ਹੁੰਦੇ ਨੇ, ਉਹਨਾਂ ਨੂੰ ਇਹ ਜਿਹੜੇ ਅਣਖੀਲੇ ਪਰਿਵਾਰ ਹੈ ਉਹਨਾਂ ਤੋਂ ਕਿਤੇ ਨਾ ਕਿਤੇ ਖਤਰਾ ਮਹਿਸੂਸ ਹੁੰਦਾ, ਇਸੇ ਕਰਕੇ ਉਹ ਇਹਨਾਂ ਦੀ ਪੈਰਵਾਈ ਨਹੀਂ ਕਰਦੇ, ਔਰ ਉਹ ਸੋਚਦੇ ਨੇ ਕਿ ਸ਼ਾਇਦ। ਔਰ ਇੱਕ ਚੀਜ਼ ਦੇਖੋ, ਮੈਂ ਫਿਰ ਇੱਕ ਗੱਲ ਕਹਿਣਾ ਕਿ ਸ਼ਹੀਦ ਊਧਮ ਸਿੰਘ ਨੇ
ਸਿਵਾਏ ਰਿਵੈਂਜ ਲੈਣ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ। ਉਹ ਜਿਹੜਾ ਜਨਰਲ ਐਡਵਾਇਰ ਸੀ ਉਹਨੂੰ ਹੀ ਉਹਨੇ ਟਾਰਗੇਟ ਕੀਤਾ, ਹੋਰ ਉਹਨਾਂ ਨੇ ਕਿਸੇ ਨੂੰ ਵੀ ਮਤਲਬ ਕਿਸੇ ਨੂੰ ਪਰੇਸ਼ਾਨ ਨਹੀਂ ਕੀਤਾ। ਸ਼ਹੀਦ ਭਗਤ ਸਿੰਘ ਨੇ ਅਗਰ ਅਸੈਂਬਲੀ 'ਚ ਬੰਬ ਮਾਰਿਆ ਤੇ ਉਹ ਜਿਹੜਾ ਬੰਬ ਮਾਰਿਆ ਸੀ ਉਹ ਬੰਬ ਧਮਾਕੇ ਵਾਲਾ ਬੰਬ ਸੀ, ਉਹਦੇ ਨਾਲ ਕੋਈ ਕਿਸੇ ਨੂੰ ਕੋਈ ਬੰਦਾ ਹਾਂਜੀ ਜ਼ਖਮੀ ਵੀ ਨਹੀਂ ਹੋਇਆ। ਅੱਛਾ ਇੱਕ ਗੱਲ ਹੋਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ, ਇਹ ਜਿਹੜੇ ਸਾਡੇ ਹੁਕਮਰਾਨ ਕਹਿੰਦੇ ਨੇ ਨਾ ਜੀ ਕਿ ਸਾਡੀਆਂ ਅਹਿੰਸਾ ਦੀ ਨੀਤੀ ਨਾਲ ਇਹ ਕੰਮ ਹੋਇਆ, ਹਿੰਸਾ ਦੀ ਨੀਤੀ ਨਾਲ ਕੰਮ ਹੋਇਆ। ਤੁਸੀਂ ਇੱਕ ਗੱਲ ਦੱਸੋ, ਅਗਰ ਇੰਗਲੈਂਡ ਦੇ ਵਿੱਚ ਸੈਕਿੰਡ ਵਰਲਡ ਵਾਰ ਤੋਂ ਬਾਅਦ ਲੇਬਰ ਪਾਰਟੀ ਨਾ ਆਉਂਦੀ ਤੇ ਇਹ ਆਜ਼ਾਦੀ ਉਦੋਂ ਵੀ ਨਹੀਂ ਮਿਲਣੀ ਸੀ। ਜੀ ਅੰਗਰੇਜ਼ ਨਹੀਂ ਚਾਹੁੰਦਾ ਸੀ ਤੁਹਾਨੂੰ ਆਜ਼ਾਦ ਕਰ ਦੇਵਾਂ, ਕਿਉਂ? ਕਿਉਂਕਿ ਇੱਕ ਇੰਡੀਆ ਜਿਹਦੇ ਉੱਤੇ ਰੂਲ ਕਰਨਾ ਉਹਨਾਂ ਲਈ ਬੜਾ ਆਸਾਨ ਸੀ। ਕਾਰਨ ਕੀ ਸੀ? ਉਹਨਾਂ ਦੀ ਡਿਵਾਈਡ ਐਂਡ ਪਾਲਿਸੀ ਰੂਲ ਬੜਾ ਵਧੀਆ ਚੱਲਦਾ ਸੀ। ਅਗਰ ਤੁਸੀਂ ਅੱਜ ਵੀ ਦੇਖੋਗੇ 1921 ਦੀ ਅਖਬਾਰਾਂ ਦੇਖੋ ਤੇ ਤੁਹਾਨੂੰ ਕਿਤੇ ਨਾ ਕਿਤੇ ਜੋ ਮਾਹੌਲ ਸੀ ਉਹ ਅੱਜ ਵੀ ਤੁਹਾਨੂੰ ਉਹੋ ਜਿਹਾ ਮਾਹੌਲ ਕਰੀ ਨਜ਼ਰ ਆਉਣਗੇ। ਅਸੀਂ ਲੋਕ ਡਿਵੀਜ਼ਨ ਦੇ ਵਿੱਚ ਬਿਲੀਵ ਕਰਦੇ ਹਾਂ ਤੇ ਅਸੀਂ ਲੋਕ ਜੁੜਨ ਦਾ ਬਿਲੀਵ ਨਹੀਂ ਕਰਦੇ। ਸਾਡੇ ਤੇ ਪ੍ਰਵਿਰਤੀ ਨਹੀਂ ਹੈ ਜੁੜਨ ਦੀ ਕਿ ਅਸੀਂ ਜੋੜ ਕੇ ਚੱਲੀਏ। ਜਿਹੜੇ ਸਾਡੇ ਇਹ ਰੋਲ ਮਾਡਲ ਸੀ ਜਾਂ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ, ਮੈਂ ਫਿਰ ਇਹ ਕਹਿੰਦਾ ਕਿ ਅਸੀਂ ਸਾਰੀਆਂ ਸਰਕਾਰਾਂ ਭੁਲਾ ਦੇਣੀਆਂ ਤੇ ਇਹਨਾਂ ਚੀਜ਼ਾਂ ਨੂੰ, ਤੇ ਇਹਨਾਂ ਚੀਜ਼ਾਂ ਨੂੰ ਸਾਂਝੇ ਤੌਰ ਤੇ ਮਨਾਉਣਾ ਚਾਹੀਦਾ ਹੈ। ਔਰ ਇੱਕ ਜਿਹੜੀ ਗੱਲ ਹੈ, ਜ਼ਰੂਰੀ ਗੱਲ ਹੈ, ਉਹ ਇਹੀ ਗੱਲ ਹੈਗੀ ਹੈ ਕਿ ਇਹਨਾਂ ਦੇ ਪਰਿਵਾਰਾਂ ਨੂੰ, ਅਗਰ ਤੁਸੀਂ ਦੇਖੋ ਕਿਸ ਇੱਕ ਸ਼ਹੀਦ ਦਾ ਪਰਿਵਾਰ ਅਗਰ ਮਜ਼ਦੂਰੀ ਕਰਦਾ ਹੋਏ ਤੇ ਇਸ ਤੋਂ ਵੱਡੀ ਕੀ ਸਾਡੇ ਲਈ ਗੱਲ ਹੋ ਸਕਦੀ ਹੈ। ਉਸ ਸਮੇਂ ਪੰਜਾਬ ਦੇ ਵਿੱਚ ਸਾਡੇ ਪੰਜਾਬ ਸਰਕਾਰ ਵੀ ਹੋਏਗੀ, ਹੈ ਨਾ, ਸਟੇਟ ਗੌਰਮੈਂਟ ਨੇ ਵੀ ਨਹੀਂ ਉਹਨੂੰ ਕੁਛ ਕੀਤਾ ਤੇ ਸੈਂਟਰਲ ਗੌਰਮੈਂਟ ਨੇ ਵੀ ਨਹੀਂ ਕੁਝ ਉਹਨਾਂ ਦੇ ਪਰਿਵਾਰ ਨੂੰ ਸਹਿਯੋਗ ਕੀਤਾ। ਇਹ ਸਾਡੇ ਵੀ ਕਿਤੇ ਸਾਡੇ ਆਪਣੇ ਭਾਈਚਾਰਿਆਂ ਨੂੰ ਵੀ ਉਹਨਾਂ ਨੂੰ ਸਪੋਰਟ 'ਚ ਲੈਣਾ ਚਾਹੀਦਾ ਸੀ ਤੇ ਇਹ ਬਹੁਤ ਵੱਡੀ ਮਿਸਟੇਕ ਹੁੰਦੀ ਹੈ। ਔਰ ਮੈਂ ਕਹਿੰਦਾ ਹਾਂ ਕਿ ਇਹ ਜਿਹੜੇ ਸ਼ਹੀਦ ਹੁੰਦੇ ਨੇ, ਕਿਉਂਕਿ ਸ਼ਹੀਦ ਦਾ ਕੀ ਕੰਮ ਹੈ? ਸ਼ਹੀਦ ਦੀ ਡੈਫੀਨੇਸ਼ਨ ਹੀ ਇਹੀ ਹੈ, ਸੱਚ ਦੀ ਗਵਾਹੀ ਭਰਨਾ। ਸੱਚ ਦੀ ਗਵਾਹੀ ਦੇਣਾ ਸ਼ਹਾਦਤ ਹੈ। ਤੇ ਸੱਚ ਕੀ ਸੀ? ਸ਼ਹੀਦ ਊਧਮ ਸਿੰਘ ਦਾ ਕੋਈ ਉਹਨਾਂ ਜਨਰਲ ਐਡਵਾਇਰ ਦਾ ਕੋਈ ਪਰਸਨਲ ਵੈਰ ਥੋੜੀ ਸੀ। ਜੀ ਉਹਨਾਂ ਦੇ ਕਿਸੇ ਭੈਣ ਭਰਾ ਨੂੰ ਜਾਂ ਕਿਸੇ ਭਤੀਜੇ ਨੂੰ ਉਹਨੇ ਗੋਲੀ ਥੋੜੀ ਮਾਰੀ ਸੀ। ਉਹਨਾਂ ਦਾ ਤੇ ਕਾਮਨ ਕਾਜ਼ ਸੀ ਸ਼ਹੀਦ ਊਧਮ ਸਿੰਘ ਦਾ। ਉਹਨਾਂ ਨੇ ਕਾਮਨ ਰਿਵੈਂਜ ਲਿਆ। ਉਹਨਾਂ ਨੇ ਆਪਣੇ ਪੰਜਾਬੀ ਭਾਈਚਾਰੇ ਲਈ, ਆਪਣੇ ਦੇਸ਼ ਲਈ, ਆਪਣੇ ਉਸ ਸਮੇਂ ਦੇ ਇਕੱਠੇ ਹਿੰਦੁਸਤਾਨ ਲਈ ਉਹਨਾਂ ਨੇ ਇਹ ਰਿਵੈਂਜ ਲਿਆ। ਉਹਨਾਂ ਦੀ ਰਿਵੈਂਜ ਉਹਨਾਂ ਹਿੰਦੁਸਤਾਨ ਦੇ ਲੋਕਾਂ ਲਈ ਔਰ ਸਭ ਲਈ, ਉਹਨਾਂ ਦੇ ਸਮਾਜ ਲਈ ਰਿਵੈਂਜ ਲਿਆ। ਤੇ ਇਹ ਕਿਤੇ ਨਾ ਕਿਤੇ ਸਰਕਾਰਾਂ ਨੂੰ ਇਸ ਚੀਜ਼ ਨੂੰ ਸੋਚਣਾ ਚਾਹੀਦਾ ਹੈਗਾ। ਉਸ ਸਮੇਂ ਦੀਆਂ ਜੋ ਵੀ ਸਟੇਟ ਗੌਰਮੈਂਟ ਹੁੰਦੀਆਂ ਜਾਂ ਉਹ ਗੌਰਮੈਂਟ ਹੁੰਦੀਆਂ, ਉਹਨਾਂ ਨੂੰ ਇਹਨਾਂ ਦੇ ਪਰਿਵਾਰਾਂ ਨੂੰ ਖਾਸ ਕਰ ਜਿਨ੍ਹਾਂ ਦੇ ਸ਼ਹੀਦ ਹੋ ਜਾਂਦੇ ਨੇ, ਸ਼ਹੀਦ ਹੋਣ ਤੋਂ ਬਾਅਦ ਉਸ ਪਰਿਵਾਰ ਨੂੰ ਕਿੰਨਾ ਤਸ਼ੱਦਦ ਝੇਲਣਾ ਪੈਂਦਾ ਤੇ ਇਹਦੀ ਕੋਈ ਸਾਰ ਨਹੀਂ ਲਈ ਜਾਂਦੀ ਤੇ ਇਹ ਲੈਣੀ ਬਹੁਤ ਜ਼ਰੂਰੀ ਹੈ। ਇਹਦੇ ਲਈ ਕੋਈ ਗੌਰਮੈਂਟ ਨੂੰ ਪਾਲਿਸੀ ਬਣਾਉਣੀ ਚਾਹੀਦੀ ਹੈ ਔਰ ਅਸੀਂ ਵੀ ਕਹਿੰਦੇ ਹਾਂ ਕਿ ਇਹਦੇ ਲਈ ਕੋਈ ਪਾਲਿਸੀ ਜ਼ਰੂਰ ਹੋਣੀ ਚਾਹੀਦੀ ਹੈ। ਮੈਨੂੰ ਗੱਲ ਯਾਦ ਆਉਂਦੀ ਹੈ ਵੀ ਉਹਨਾਂ ਦੀਆਂ 2-3 ਫੋਟੋਆਂ ਹਮੇਸ਼ਾ ਜਦੋਂ ਉਹਦੀ ਸ਼ਹੀਦੀ ਹੁੰਦੀ ਹੈ ਨਸ਼ਰ ਹੁੰਦੀਆਂ ਇੱਕ ਜਗ੍ਹਾ ਤੇ, ਉਹ ਗੁਰੂ ਘਰ ਦੇ ਵਿੱਚ ਪ੍ਰਸ਼ਾਦੇ ਬਣਾਉਣ ਦੀ ਸੇਵਾ ਕਰਦੇ ਆ। ਇੱਕ ਉਹ ਫੋਟੋ ਹੈ, ਇੱਕ ਅੰਗਰੇਜ਼ ਜਦੋਂ ਉਹਨਾਂ ਨੂੰ ਫੜ ਕੇ ਲਿਜਾ ਰਹੇ ਆ, ਇੱਕ ਉਹ ਫੋਟੋ ਜਿਹੜੀ ਸਾਹਮਣੇ ਆਉਂਦੀ ਹੈ। ਤੇ ਇਹ ਦਿਮਾਗ ਦੇ ਵਿੱਚ ਇੱਕ ਚੀਜ਼ਾਂ ਇਹ ਸਮਝਾਉਂਦੀਆਂ ਕਿ ਉਹ ਧਾਰਮਿਕ ਪ੍ਰਵਿਰਤੀ ਦੇ ਵੀ ਸੀਗੇ ਤੇ ਜਿੱਦਾਂ ਜਦੋਂ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਤੇ ਉਸ ਵੇਲੇ ਵੀ ਉਹ ਮੁਸਕਰਾਉਂਦੇ ਪਏ ਆ। ਵੀ ਯਾਨੀ ਕਿ ਕਹਿਣ ਦਾ ਮਤਲਬ ਵੀ ਉਹਨਾਂ ਨੇ ਇਹ ਮਹਿਸੂਸ ਕੀਤਾ ਵੀ ਮੈਂ ਆਪਣੀ ਜ਼ਿੰਦਗੀ ਦਾ ਜਿਹੜਾ ਇਹ ਮਕਸਦ ਪੂਰਾ ਕਰ ਲਿਆ। ਇਹ ਬੜੀ ਇੱਕ ਕਮਾਲ ਦੀ ਉਹਨਾਂ ਦੀ ਸ਼ਖਸੀਅਤ ਦੇ ਵਿੱਚ ਇਹ ਚੀਜ਼ ਆਉਂਦੀ, ਕਿਉਂਕਿ ਜਦੋਂ ਬੰਦਾ ਆਪਣੇ ਜੀਵਨ ਦਾ ਟਾਰਗੇਟ ਪੂਰਾ ਕਰ ਲੈਣਾ ਇੱਕ ਸੈਟਿਸਫੈਕਸ਼ਨ ਹੁੰਦੀ ਹੈ ਤੇ ਉਹਨਾਂ ਦੀਆਂ ਫੋਟੋਆਂ ਤੋਂ ਜਿਹੜੀ ਹੈਗੀ ਆ ਉਹ ਸੈਟਿਸਫੈਕਸ਼ਨ ਜਿਹੜੀ ਵੀ ਇੱਕ ਸਾਹਮਣੇ ਆਉਂਦੀ ਹੈ। ਇਹ ਜਿਹੜੀ ਮਹਾਨ ਕੁਰਬਾਨੀ ਹੈ, ਇਹਨੂੰ ਸਾਡਾ ਸਾਰਿਆਂ ਦਾ ਸਲਾਮ ਹੈ। ਤੇ ਇਹ ਐਡੀ ਵੱਡੀ ਕੁਰਬਾਨੀ ਜਿਹੜੀ ਹੈਗੀ ਆ, ਅਸੀਂ ਜਿਹੜੀ ਹੈਗੀ ਆ ਜੀ ਅੱਜ ਅਸੀਂ ਆਜ਼ਾਦ ਫਿਜ਼ਾ ਦੇ ਵਿੱਚ ਘੁੰਮ ਰਹੇ ਹਾਂ ਜਾਂ ਅਸੀਂ ਜਿਹੜੇ ਹੈਗੇ ਆ ਆਪਣੇ ਹੱਕ ਹਕੂਕ ਜਿਹੜੇ ਹੈਗੇ ਆ ਜਿਸ ਤਰ੍ਹਾਂ ਵੀ ਆਪਾਂ ਨਿਭਾ ਰਹੇ ਹਾਂ ਜਾਂ ਸਾਨੂੰ ਜੋ ਸਹੂਲਤਾਂ ਮਿਲ ਰਹੀਆਂ, ਇਹ ਇਹਨਾਂ ਸ਼ਹੀਦਾਂ ਦੀ ਕੁਰਬਾਨੀ ਕਰਕੇ ਹੀ ਹੈ। ਮੈਂ ਦੂਸਰੇ ਇੱਕ ਹੋਰ ਪੰਜਾਬੀ ਦਾ ਜ਼ਿਕਰ ਕਰਾਂ ਇਹਦੇ ਨਾਲ ਹੀ, ਕਿਉਂਕਿ ਸ਼ਹੀਦ ਊਧਮ ਸਿੰਘ ਜੀ ਜਿੱਥੇ ਕੁਰਬਾਨੀ ਹੋਈ ਇੱਥੇ ਸਾਡੇ ਪੰਜਾਬੀਆਂ ਦੇ ਅਨਮੋਲ ਹੀਰੇ ਮੈਂ ਕਹੂੰਗਾ
ਬਾਲੀਵੁੱਡ ਦੇ ਵਿੱਚ ਸਿੰਗਿੰਗ ਦੇ ਵਿੱਚ ਉਹਨਾਂ ਦੀ ਟੱਕਰ ਦਾ ਕੋਈ ਵੀ ਨਹੀਂ ਸੀ। ਅੱਜ ਤੱਕ ਵੀ ਸ਼ਾਇਦ ਜੇ ਮੁਹੰਮਦ ਰਫੀ ਦੀ ਗੱਲ ਕੀਤੀ ਜਾਵੇ ਤਾਂ ਮੁਹੰਮਦ ਰਫੀ ਦੀ ਕਾਟ ਕੋਈ ਨਹੀਂ ਕਰ ਸਕਿਆ। ਸਰਦਾਰ ਦਿਲਬਾਗ ਸਿੰਘ ਜੀ, ਤੁਸੀਂ ਮੁਹੰਮਦ ਰਫੀ ਸਾਹਿਬ ਜਿਹੜਿਆਂ ਦੀ ਗਾਇਕੀ, ਜਿਹੜੀ ਪਲੇਬੈਕ ਸਿੰਗਿੰਗ ਜਿਹੜੀ ਹੈਗੀ ਸਾਰੇ ਜਣੇ ਸੁਣਦੇ ਆ, ਉਹਦੇ ਬਾਰੇ ਜਿਹੜੇ ਹੈਗੇ ਆਪਣੇ ਉਹਨਾਂ ਨੂੰ ਜਿਹੜੀ ਹੈਗੀ ਆ ਕੋਈ ਸ਼ਰਧਾ ਦੇ ਫੁੱਲ ਭੇਟ ਕਰਨਾ ਚਾਹੋ? ਕਿਉਂਕਿ ਹੈ ਤਾਂ ਅਸੀਂ ਤਾਂ ਹੈਗੇ ਤਾਂ ਧਾਰਮਿਕ ਆ, ਮਗਰ ਉਹਨਾਂ ਨੇ ਪੰਜਾਬੀ ਦੇ ਵਿੱਚ ਸ਼ਬਦ ਵੀ ਜਿਹੜੇ ਹੈਗੇ ਆ ਗਾਏ ਜਿਹੜੇ ਹੈਗੇ ਆ, ਮੈਂ ਕਈ ਵਾਰੀ ਸੁਣਦਾ ਹੁੰਨਾ ਤੇ ਉਹ ਬੜੇ ਕਮਾਲ ਦੇ, ਉਹਨਾਂ ਦੀ ਸੁਰ ਦਾ ਲਹਿਜ਼ਾ ਬੜਾ ਕਮਾਲ ਦਾ ਸੀ। ਤੁਹਾਡੇ ਅੰਮ੍ਰਿਤਸਰ ਤੋਂ ਹੀ ਉਹ ਸੰਬੰਧਿਤ ਸੀਗੇ, ਤੁਸੀਂ ਉਹਨਾਂ ਬਾਰੇ ਕੋਈ ਗੱਲ ਕਰਨਾ ਚਾਹੋ? ਹਾਂ, ਮੈਂ ਸਿਰਫ ਇੰਨਾ ਹੀ ਕਹਾਂਗਾ ਜੀ, ਮੈਂ ਨਾ ਤਾਂ ਉਹਨਾਂ ਨੂੰ ਸੁਣ ਸਕਿਆ ਹੈ, ਮੈਂ ਤੁਹਾਡੇ ਤੋਂ ਜ਼ਿਆਦਾਤਰ ਹੁਣ ਜਾਣਕਾਰੀ ਲੈਵਾਂਗਾ, ਬਟ ਜਿੰਨੇ ਵੀ ਇੰਨਾ ਕਹਾਂਗਾ ਕਿ ਜਿੰਨੇ ਵੀ ਪੰਜਾਬੀ ਭਾਸ਼ਾ ਦੇ ਬਾਰੇ ਜਾਂ ਸਾਡੀ ਪੰਜਾਬੀ ਬੋਲੀ ਦੇ ਬਾਰੇ ਕੋਈ ਆਵਾਜ਼ ਉਠਾਈ ਹੈ, ਚਾਹੇ ਉਹ ਲੇਖਕ ਹੈ, ਕੋਈ ਕਵੀ ਹੈ, ਕੋਈ ਗਾਇਕ ਹੈ, ਆਪਾਂ ਉਹਨਾਂ ਦੀ ਮਿਹਨਤ ਨੂੰ ਜਿਹੜਾ ਵਾ ਸਤਿਕਾਰ ਦਿੰਦੇ ਹਾਂ ਤੇ ਉਹਨਾਂ ਦੀ ਕੁਰਬਾਨੀ ਨੂੰ ਆਪਾਂ ਸਜਦਾ ਕਰਦੇ ਹਾਂ। ਅੱਛੀ ਗੱਲ ਤੁਸੀਂ ਦੱਸੋਗੇ, ਉਹਦੇ ਬਾਰੇ ਸੁਣਾਂਗੇ ਜੀ ਅੱਜ। ਹਾਂਜੀ ਹਾਂਜੀ, ਕਿਉਂਕਿ ਏਦਾਂ ਵੀ ਜਦੋਂ ਅਸੀਂ ਪੰਜਾਬੀ ਫਿਲਮਾਂ ਦੇ ਵਿੱਚ ਉਹਨਾਂ ਦੇ ਜਦੋਂ ਧਾਰਮਿਕ ਗਾਣੇ ਵੀ ਸੁਣਦੇ ਹੈਗੇ ਆ, ਤੇ ਕਿਉਂਕਿ ਗਾਇਕ ਨੂੰ ਤਾਂ ਹਰ ਇੱਕ ਤਰੀਕੇ ਦੇ ਨਾਲ ਗਾਉਣਾ ਪੈਂਦਾ ਸਮਾਜ ਦੇ ਵਿੱਚ ਆਪਣਾ ਉਹਦਾ ਇੱਕ, ਜਿੱਦਾਂ ਹੁਣ ਅਸੀਂ ਆਪਣੀ ਧਾਰਮਿਕ ਸ਼੍ਰੇਣੀ ਦੇ ਵਿੱਚ ਸਮਾਜ ਦੇ ਸੁਧਾਰ ਦੇ ਹਿੱਤ ਅਸੀਂ ਗੱਲ ਕਰਦੇ ਹਾਂ ਵੀ ਅਸੀਂ ਚੰਗਾ ਗਾਈਏ, ਚੰਗਾ ਸੋਹਣਾ ਪਰੋਸੀਏ ਸਮਾਜ ਦੇ ਵਾਸਤੇ, ਸਾਡੀ ਵੀ ਇਹ ਸੋਚ ਹੁੰਦੀ। ਕਈ ਚੰਗੇ ਜਿਹੜੇ ਸਿੰਗਰ ਉਹਨਾਂ ਦੀ ਵੀ ਇੱਕ ਸੋਚ ਹੁੰਦੀ ਹੈ ਵੀ ਉਹਨਾਂ ਨੇ ਆਪਣੀ ਕਲਾ ਦੇ ਨਾਲ ਜਿਹੜਾ ਹੈਗਾ ਦੇਸ਼ ਦਾ, ਆਪਣੀ ਕੌਮ ਦਾ, ਆਪਣੇ ਖੇਤਰ ਦਾ ਨਾਮ ਰੋਸ਼ਨ ਕੀਤਾ ਹੁੰਦਾ। ਮੈਂ ਉਸ ਪ੍ਰਥਾਏ ਜਿਹੜੀ ਗੱਲ ਕਰਦਾ ਵੀ ਜਿਹੜਾ ਮੁਹੰਮਦ ਰਫੀ ਸਾਹਿਬ ਦਾ ਜਿਹੜਾ ਯੋਗਦਾਨ ਜਿਹੜਾ ਹੈਗਾ ਹਿੰਦੁਸਤਾਨ ਦੀ ਆਰਟ ਦੇ ਵਾਸਤੇ, ਕਲਚਰ ਦੇ ਵਾਸਤੇ ਜਿਹੜਾ ਹੈਗਾ ਬੜਾ ਵੱਡਾ ਹੈ। ਸਰਦਾਰ ਰਜਿੰਦਰ ਸਿੰਘ ਜੀ, ਤੁਸੀਂ ਕੋਈ ਗੱਲ ਕਰਨੀ ਚਾਹੋਗੇ ਮੁਹੰਮਦ ਰਫੀ ਸਾਹਿਬ ਦੇ ਬਾਰੇ? ਮੈਂ ਬਿਲਕੁਲ ਗੱਲ ਕਰਨੀ ਚਾਹਾਂਗਾ ਜੀ, ਮੈਂ ਜ਼ਰੂਰ ਉਹਨਾਂ ਦਾ ਮੈਂ ਬੜਾ ਪ੍ਰਸ਼ੰਸਕ ਰਿਹਾ ਜੀ ਮੁਹੰਮਦ ਰਫੀ ਸਾਹਿਬ ਦਾ। ਮੈਂ ਤੁਹਾਨੂੰ ਜਾਣੂ ਕਰਾਵਾਂ ਕਿ ਮੈਂ ਜਦੋਂ ਲਾਹੌਰ ਗਿਆ ਸੀ, ਮੈਂ ਸਪੈਸ਼ਲੀ ਉਸ ਜਗ੍ਹਾ ਤੋਂ ਦੇਖ ਕੇ ਆਇਆ, ਇੱਕ ਥੜਾ ਹੈਗਾ ਜਿਸ ਥੜੇ ਤੇ ਬਹਿ ਕੇ ਮੁਹੰਮਦ ਰਫੀ ਸਾਹਿਬ ਸ਼ੇਵ ਕਰਦੇ ਸੀ ਤੇ ਲੋਕਾਂ ਨੂੰ ਗਾਣੇ ਸੁਣਾਉਂਦੇ ਸੀ ਨਾਲ। ਉਹ ਨਾਈ ਦਾ ਕੰਮ ਕਰਦੇ ਸਨ ਲਾਹੌਰ ਦੇ। ਜਦੋਂ ਇੱਥੋਂ ਪਿੰਡ ਤੋਂ ਗਏ ਤੇ ਸੰਘਰਸ਼ ਦੇ ਦਿਨਾਂ ਦੇ ਵਿੱਚ, ਸੰਘਰਸ਼ ਦੇ ਦਿਨਾਂ ਦੇ ਵਿੱਚ ਜਦੋਂ ਉਹ ਪਹਿਲੇ ਪਿੰਡ 'ਚ ਸੀ, ਪਿੰਡ ਤੋਂ ਉਹ ਇੱਕ ਉਹਨਾਂ ਨੂੰ ਇੱਕ ਫਕੀਰ ਮੰਗਣਾ ਵਾਲਾ ਆਉਂਦਾ ਸੀ, ਉਹਦੇ ਨਾਲ ਉਹ ਪਿੱਛੇ ਪਿੱਛੇ ਗਾਉਂਦੇ ਚਲੇ ਜਾਂਦੇ ਸੀ ਤੇ ਉਹ ਉੱਥੋਂ ਉਹਨਾਂ ਨੂੰ ਲੱਗਣ ਲੱਗੀ ਗਾਣੇ ਦੀ। ਫਿਰ ਉਹ ਮਤਲਬ ਹਜਾਮ ਦਾ ਕੰਮ ਕਰਦੇ। ਉੱਥੇ ਉਹਨਾਂ ਦੇ ਮਾਮਾ ਜੀ ਉੱਥੇ ਸੀ ਲਾਹੌਰ ਦੇ ਵਿੱਚ, ਉੱਥੇ ਚਲੇ ਗਏ, ਉੱਥੇ ਬੈਠੇ ਲੱਗੇ, ਉੱਥੇ ਉਹਨਾਂ ਨੇ ਗਾਣੇ ਗੂੜੇ ਗਾਣੇ ਸ਼ੁਰੂ ਕਰਤੇ। ਉਹਨਾਂ ਦੀ ਕਿਸਮਤ ਬੜੀ ਇੱਕ ਰੰਗ ਲਿਆਈ ਕਿ ਇੱਕ ਸਮੇਂ KL ਸਹਿਗਲ ਸਾਹਿਬ ਦਾ ਪ੍ਰੋਗਰਾਮ ਸੀ ਉੱਥੇ ਲਾਹੌਰ ਦੇ ਵਿੱਚ, ਤੇ ਸਹਿਗਲ ਸਾਹਿਬ ਲੇਟ ਹੋ ਗਏ। ਹਾਂਜੀ, ਤੇ ਸਹਿਗਲ ਸਾਹਿਬ ਹੋ ਗਏ ਲੇਟ, ਤੇ ਸਹਿਗਲ ਸਾਹਿਬ ਦੇ ਲੇਟ ਹੋਣ ਕਰਕੇ ਉਹ ਉਸ ਸਮੇਂ ਉਹਨਾਂ ਨੂੰ ਸਟੇਜ ਤੇ ਖੜਾ ਕਰਤਾ ਗਿਆ ਵੀ ਇਹ ਯਾਰ ਇਹਨੂੰ ਲਾ ਦੋ, ਇਹ ਮਤਲਬ ਟਾਈਮ ਪਾਸ ਕਰ ਦੇਗਾ। ਉਹ ਫਿਰ ਜਦੋਂ ਉਹਨਾਂ ਨੇ ਗਾਣਾ ਸ਼ੁਰੂ ਕੀਤਾ ਤੇ ਉਹ ਕਿਤੇ ਸਹਿਗਲ ਸਾਹਿਬ ਪਹੁੰਚ ਗਏ ਤੇ ਉਹ ਗਾ ਰਹੇ ਸੀ ਤੇ ਭੀੜ ਬਿਲਕੁਲ ਚੁੱਪਚਾਪ ਹੋ ਗਈ। ਜਿਹੜੀ ਸਹਿਗਲ ਸਾਹਿਬ ਨੂੰ ਸੁਣਨ ਨੂੰ ਤਿਆਰ ਹੋਈ ਸੀ ਉਹ ਚੁੱਪਚਾਪ ਉਹਨਾਂ ਦੇ ਗਾਣੇ ਦਾ ਆਨੰਦ ਲੈਣ ਦੀ ਸੀ। ਤੇ ਸਹਿਗਲ ਸਾਹਿਬ ਆਏ, ਉਹਨਾਂ ਨੇ ਵੀ ਆਨੰਦ ਲਿਆ ਤੇ ਫਿਰ ਉਹਨਾਂ ਨੂੰ ਥਾਪੜਾ ਦਿੱਤਾ ਤੇ ਉਹਨਾਂ ਨੂੰ ਕਿਹਾ ਕਿ ਬਈ ਮੇਰੇ ਛੋਟੇ ਵੀਰ, ਤੂੰ ਕਿਸੇ ਸਮੇਂ ਮਤਲਬ ਬਹੁਤ ਅੱਛੀ ਇੱਕ ਬੁਲੰਦੀ ਤੇ ਛੂਏਗਾ ਤੇ ਤੂੰ ਆਪਣੀ ਬੰਬੇ ਜਾ ਕੇ ਕਿਸਮਤ ਅਜਮਾ। ਤੇ ਉਸ ਤੋਂ ਬਾਅਦ ਫਿਰ ਉਹ ਬੰਬੇ ਗਏ। ਔਰ ਇੱਕ ਚੀਜ਼ ਉਹਨਾਂ ਦੀ ਮੈਂ ਤੁਹਾਨੂੰ ਹੋਰ ਐਡ ਆਨ ਕਰ ਦਿੰਦਾ ਮੁਹੰਮਦ ਰਫੀ ਸਾਹਿਬ ਦੀ, ਸ਼ਾਇਦ ਘੱਟ ਲੋਕ ਜਾਣੂ ਨੇ। ਉਹਨਾਂ ਨੇ ਉਹ ਬੜੇ ਇਮੋਸ਼ਨਲ ਸੀ। ਉਹਨਾਂ ਨੇ ਜਿੰਨੀ ਵੀ ਪੰਜਾਬੀ ਪਿਕਚਰਾਂ ਦੇ ਵਿੱਚ ਸ਼ਬਦ ਬੋਲੇ ਨੇ ਉਹਦਾ ਪੈਸਾ ਨਹੀਂ ਲਿਆ। ਇਹ ਗੱਲਾਂ ਔਨ ਰਿਕਾਰਡ ਹੈ ਜੀ। ਹਾਂਜੀ ਹਾਂਜੀ, ਉਹ ਇੱਕ ਮੁਸਲਿਮ ਭਾਈਚਾਰੇ ਤੋਂ ਬਿਲੋਂਗ ਕਰਦੇ ਸਨ, ਲੇਕਿਨ ਗੁਰੂ ਨਾਨਕ ਦੇ ਪ੍ਰਤੀ ਉਹਨਾਂ ਦੀ ਇੰਨੀ ਸ਼ਰਧਾ ਸੀ ਕਿ ਗੁਰੂ ਸਾਹਿਬ ਦੇ ਗਾਏ ਹੋਏ ਜਿੰਨੇ ਵੀ ਸ਼ਬਦ ਉਹਨਾਂ ਨੇ ਉਚਾਰੇ ਨੇ ਉਹਦੀ ਉਹਨਾਂ ਨੇ ਪੈਸੇ ਨਹੀਂ ਲਏ। ਅੱਛਾ ਜੀ, ਹਾਂਜੀ। ਔਰ ਅਗਰ ਤੁਸੀਂ ਅਗਰ ਫੋਕ ਦੀ ਗੱਲ ਕਰੀਏ ਤੇ ਤੁਸੀਂ ਉਹਨਾਂ ਨੇ ਜੱਗਾ ਗਾਇਆ ਜਦੋਂ ਫਿਲਮ ਸੀ ਜੱਗੇ ਡਾਕੂ ਦੀ ਫਿਲਮ ਬਣੀ ਸੀ, ਪੰਜਾਬੀ ਫਿਲਮ ਪੁਰਾਣੀ। ਅਗਰ ਤੁਸੀਂ ਦੇਖੋਗੇ, ਜੇ ਤੁਸੀਂ ਉਹਨਾਂ ਦਾ ਜੱਗਾ ਸੁਣੋਗੇ ਤੇ ਏਡਾ ਕਮਾਲ ਦਾ ਜੱਗਾ ਹੈ ਕਿ ਬੰਦੇ ਦੀ ਅੱਖਾਂ 'ਚ ਅਥਰੂ ਆ ਜਾਂਦੇ ਨੇ। ਹਾਂਜੀ, ਸੁਣਿਆ ਮੈਂ ਵੀ ਸੁਣਿਆ। ਤੇ ਉਹ ਕੱਲ ਏਦਾਂ ਵੀ ਕਲਾ ਜਿਹੜੀ ਹੈ ਨਾ, ਕਲਾ ਜਿਹੜੀ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਬਲੈਸਿੰਗ ਚੀਜ਼ ਹੁੰਦੀ ਹੈ। ਇਹ ਵੀ ਕਿਉਂਕਿ ਪਰਮਾਤਮਾ ਹੀ ਕਲਾ ਪਾਉਂਦਾ।
ਤੇ ਨਾਲੇ ਹਰ ਇੱਕ ਨੂੰ ਜੋੜਨਾ, ਕਿਉਂਕਿ ਗਾਇਕ ਦਾ ਕੰਮ ਹੁੰਦਾ ਹਰ ਇੱਕ ਨੂੰ ਜੋੜਨਾ, ਹਨਾ। ਤੇ ਉਹਨਾਂ ਨੇ ਆਪਣੇ ਧਰਮ ਦੇ ਵਿੱਚ ਹੀ ਰਹਿ ਕੇ ਨਹੀਂ, ਇੱਕ ਦਾਇਰੇ ਦੇ ਵਿੱਚ ਰਹਿ ਕੇ ਨਹੀਂ, ਉਹਨਾਂ ਨੇ ਗੁਰਬਾਣੀ ਦੇ ਸ਼ਬਦ ਵੀ ਜਿੱਥੇ ਗਾਏ ਆ, ਉੱਥੇ ਜਦੋਂ ਉਹ ਭਜਨ ਵੀ ਜਿਹੜੇ ਆਉਂਦੇ, ਜਿਹੜਾ ਦਲੀਪ ਕੁਮਾਰ ਦਾ ਪਿੱਛੇ ਜੇ ਚੱਲਿਆ ਸੀਗਾ, ਸੁਖ ਮੇ ਸਭ ਸਾਥੀ ਦੁੱਖ ਮੇ ਨਾ ਕੋਏ, ਉਹ ਬੜੇ ਕਮਾਲ ਦੀ ਗਾਇਕੀ ਉੱਥੇ ਵੀ ਨਿਕਲ ਕੇ ਆਉਂਦੇ। ਉਹਦੇ ਵਿੱਚ ਜਿਹੜੀ ਭਵਿੱਖ ਦੀ ਜਿਹੜੀ ਹੈਗੀ ਆ, ਜਿਹੜਾ ਅੱਜ ਦਾ ਸਮਾਂ ਚੱਲਣ ਦਿਆ ਨਾ, ਉਹਦੇ ਬਾਰੇ ਜਿਹੜੀ ਹੈਗੀ ਗੱਲ ਵੀ ਕੀਤੀ ਆ। ਉਸ ਫਿਲਮ ਦੇ ਇੱਕ ਗਾਣੇ ਦੇ ਵਿੱਚ ਉੱਥੇ ਭਵਿੱਖ ਦੀਆਂ ਗੱਲਾਂ ਜਿਹੜੀਆਂ ਕੀਤੀਆਂ, ਉਹ ਗਾਇਕੀ ਜਿਹੜੀ ਹੈ ਜਾਂ ਉਹ ਸ਼ਬਦ ਜਿਹੜੇ ਹੈਗੇ ਆ ਬੜੇ ਧਿਆਨ ਦੇ ਨਾਲ ਸੁਣਨ ਵਾਲੇ ਆ। ਤੇ ਉਹ ਅੱਜ ਕੱਲ ਹੋ ਰਿਹਾ, ਅੱਜ ਤੋਂ 50 ਸਾਲ ਪਹਿਲਾਂ ਜੋ ਉਹਨਾਂ ਨੇ ਗਾਇਆ, ਅੱਜ ਉਹ ਜ਼ਮਾਨਾ ਜਿਹੜਾ ਆ ਗਿਆ ਤੇ ਇਹ ਹੋ ਰਿਹਾ ਹੈਗਾ। ਤੇ ਉਹ ਗੱਲਾਂ ਜਿਹੜੀਆਂ ਹੈਗੀਆਂ ਬੜੀਆਂ ਕਮਾਲ ਦੀਆਂ। ਸਰਦਾਰ ਮੇਘਰਾਜ ਸਿੰਘ ਜੀ ਵੀ ਜੁੜੇ ਆ। ਅਸੀਂ ਹਨਾ ਪਹਿਲਾਂ ਸ਼ਹੀਦ ਊਧਮ ਸਿੰਘ ਜੀ ਦੇ ਜੀਵਨ ਦੀ ਗੱਲ ਕੀਤੀ ਹੈ ਤੇ ਨਾਲ ਨਾਲ ਮੁਹੰਮਦ ਰਫੀ ਸਾਹਿਬ ਨੂੰ ਯਾਦ ਕੀਤਾ। ਤੇ ਤੁਸੀਂ ਆਪਣੇ ਵਿਚਾਰ ਦਿਓ ਤੇ ਨਾਲੇ ਅਸੀਂ ਪ੍ਰੋਗਰਾਮ ਦੀ ਫਿਰ ਸਮਾਪਤੀ ਵੱਲ ਨੂੰ ਚੱਲੀਏ। ਸਰਦਾਰ ਮੇਘਰਾਜ ਸਿੰਘ ਜੀ। ਖਾਲਸਾ ਵਾਹਿਗुरु जी फतेह। पहली बात तो थोड़ा मतलब थैंक यू आपका, जो आपने शहीद उधम सिंह के बारे में प्रोग्राम रखा और मोहम्मद रफी साहब के बारे में बात की है। तो इसमें मतलब कहने का मतलब ये कि जो शहीद उधम सिंह का जो प्रण था, देखो 21 साल के बाद में शैतान को उड़ाया, वो भी उसी की कंट्री में जाकर, ये कितनी बड़ी बहादुरी की बात है। तो घर में घुसकर मारना, घर में घुसकर मारना। ये एक तो हमारे जो मुख्यमंत्री जो प्रधानमंत्री बने आजकल, वो भी कहते हैं घर में घुस करके मारेंगे। वो दूसरे घर में नहीं मारते, वो खुद दूसरे को घर में, मतलब वो गरीबों के घर में घुस करके मारते हैं, चाहे कोरोना के रूप में मार रहे हैं, जैसे मर्जी है वो, मतलब वही बात बोलते हैं। लेकिन जो इंसान होता है, जो मतलब एक बहादुर इंसान होता है, वो उसकी बात अलग होती है। तो बहादुरों की जो बहादुर थे और इतने बड़े कारनामा कर गए कि दुनिया उनको याद करेगी, तो उनको सलूट करते हैं उनको। और जितने भी उन्होंने काम किया है, या मतलब आने वाले वक्त जो पीढ़ियां उनसे सीख लेंगे, अगर उनकी अगर उनसे कुछ जानना चाहती हैं या उनके रास्ते पे चलना चाहती हैं, तो सबसे पहले सच और ईमानदारी को अगर मन में बसाएंगे, तभी उनकी बात को समझ सकते हैं। नहीं तो ये सिर्फ हर साल मनाते चले जाते हैं और हर साल बात करते हैं, कोई तब्दीली नहीं आती। तब्दीली तभी आएगी जब सच और ईमानदारी अंदर होगी, तब तब्दीली आएगी। शुक्रिया, थैंक यू। हाँ जी, बहुत बहुत धन्यवाद सरदार दिलबाग सिंह जी, सरदार रजिंदर सिंह जी, सरदार मेघराज ਸਿੰਘ ਜੀ ਨੇ ਵੀ ਆਪਣੇ ਲਾਸਟ ਵਰਡਿਕ ਦਿੱਤੇ। ਜੇ ਕਿਸੇ ਨੇ ਕੋਈ ਹੋਰ ਗੱਲ ਕਰਨੀ ਹੈ ਤੇ ਆਪਾਂ ਕਰ ਸਕਦੇ ਹਾਂ, ਨਹੀਂ ਤਾਂ ਅਸੀਂ ਪ੍ਰੋਗਰਾਮ ਦੀ ਸਮਾਪਤੀ ਵੱਲ ਜਾ ਰਹੇ ਹਾਂ। ਬਹੁਤ ਬਹੁਤ ਹਾਂਜੀ ਹਾਂਜੀ। ਨਹੀਂ, ਮੈਂ ਵੀ ਕਹਿਣਾ ਚਾਹੁੰਦਾ ਸੀ ਜੀ, ਮੁਹੰਮਦ ਰਫੀ ਸਾਹਿਬ ਨੂੰ ਤੁਸੀਂ ਬੜਾ ਅੱਛਾ ਕੀਤਾ, ਜਿਹੜਾ ਮਤਲਬ ਉਹਨਾਂ ਨੂੰ ਟ੍ਰਿਬਿਊਟ ਸ਼ਰਧਾਂਜਲੀ ਰੱਖੀ ਜੀ। ਤੇ ਕਿਉਂਕਿ ਸਾਨੂੰ ਪੰਜਾਬੀਆਂ ਲਈ ਬੜਾ ਇੱਕ ਫਖਰ ਦੀ ਗੱਲ ਹੈ ਕਿ ਫਿਲਮ ਇੰਡਸਟਰੀ ਦੇ ਵਿੱਚ ਉਹਨਾਂ ਨੇ ਇੰਨੇ ਸਾਦੇ ਜੀਵਨ, ਔਰ ਖਾਸ ਕਰ ਮਤਲਬ ਉਹਨਾਂ ਦਾ ਜਿਹੜਾ ਜੀਵਨ ਵੀ ਰਿਹਾ ਹੈ, ਉਹਨਾਂ ਨੇ ਕਦੀ ਪੈਸੇ ਦੀ ਉਹ ਨਹੀਂ ਕੀਤੀ, ਲਾਲਚ ਨਹੀਂ ਕਦੀ ਕੀਤਾ। ਉਹਨਾਂ ਨੇ ਕਦੀ ਗਾਣੇ ਤੋਂ ਬਾਅਦ ਰਾਇਲਟੀ ਲਈ ਕਦੀ ਨਹੀਂ ਜ਼ਿਆਦਾ ਕਿਸੇ ਨੂੰ ਤੰਗ ਕੀਤਾ। ਉਹਨਾਂ ਨੇ ਆਪਣਾ, ਉਹਨਾਂ ਨੇ ਅਗਰ ਕੋਈ ਉਹਨਾਂ ਨੂੰ ਬਹੁਤ ਅੱਛੀ ਕੰਪੋਜੀਸ਼ਨ ਲੱਗੀ ਤੇ ਉਹਨਾਂ ਨੇ ਉਸ ਨੂੰ ਕੰਪੋਜੀਸ਼ਨ ਨੂੰ ਉਹਦੇ ਨਾਲ ਪੂਰਾ ਨਿਆਂ ਕੀਤਾ। ਜੇ ਉਹਨਾਂ ਉਹ ਇੱਕ ਐਸੇ ਗਾਇਕ ਜ਼ਰੂਰ ਮਤਲਬ ਉਹਨਾਂ ਦਾ ਰਿਹਾ, ਜੇ ਉਹਨਾਂ ਨੇ ਦਿਲੀਪ ਕੁਮਾਰ ਲਈ ਗਾਇਆ ਤੇ ਉਹਨਾਂ ਦੀ ਆਵਾਜ਼ ਨਾਲ ਮੈਚ ਕਰਕੇ ਗਾਇਆ, ਜੇ ਉਹਨਾਂ ਨੇ ਧਰਮਿੰਦਰ ਲਈ ਗਾਇਆ ਤੇ ਉਹਨਾਂ ਦੀ ਆਵਾਜ਼ ਨਾਲ ਮੈਚ ਕਰਕੇ ਗਾਇਆ, ਜੇ ਰਾਜ ਕਪੂਰ ਦੀ ਲਈ ਗਾਇਆ ਤੇ ਉਹਨਾਂ ਨੇ ਉਹਨਾਂ ਨਾਲ ਆਵਾਜ਼ ਮੈਚ ਕਰਕੇ ਗਾਇਆ। ਇਹ ਇੱਕ ਬੜੀ ਵਿਲੱਖਣਤਾ ਸੀ। ਔਰ ਇੰਨੀ ਮਤਲਬ ਜਿਹਨੂੰ ਕਹਿ ਲਓ ਸ਼ਖਸੀਅਤ ਹੋਣ ਦੇ ਬਾਵਜੂਦ ਵੀ ਹੰਬਲ ਕਿੰਨੇ ਸੀ ਮੁਹੰਮਦ ਰਫੀ, ਇਹ ਇੱਕ ਬੜੀ ਵੱਡੀ ਗੱਲ ਹੈ ਉਹਨਾਂ ਦੀ, ਔਰ ਸਾਡੇ ਪੰਜਾਬੀਆਂ ਲਈ ਫਖਰ ਦੀ ਗੱਲ ਹੈ। ਔਰ ਅਸੀਂ ਵੀ ਕਦੀ ਜਦੋਂ ਕਿਤੇ ਵੀ ਗੱਲ ਹੁੰਦੀ ਹੈ ਤੇ ਅਸੀਂ ਆਪਣੇ ਜਿਹੜੇ ਪੰਜਾਬੀਆਂ ਲਈ ਇੱਕ ਉਹ ਰੋਲ ਮਾਡਲ ਬਣ ਕੇ ਆਏ ਫਿਲਮ ਇੰਡਸਟਰੀ 'ਚ। ਔਰ ਇੱਕ ਗੱਲ ਹੋਰ, ਉਹਨਾਂ ਦੀ ਜੋ ਉਹਨਾਂ ਦੀ ਜੀਵਨ ਦੇ ਮਤਲਬ ਮੈਨੂੰ ਮੁੰਬਈ ਮੇਰਾ ਆਣਾ ਜਾਣਾ ਰਹਿੰਦਾ ਹੈ, ਜੋ ਮੈਨੂੰ ਕਈ ਗੱਲਾਂ ਪਤਾ ਚੱਲੀਆਂ, ਲੋਕਾਂ ਨੂੰ ਬੜੀ ਸਪੋਰਟ ਕਰਦੇ ਸੀ। ਅਗਰ ਕਿਸੇ ਫਿਲਮ ਡਾਇਰੈਕਟਰ ਕੋਲ ਪੈਸੇ ਨਹੀਂ ਹੈਗੇ ਤੇ ਉਹਨਾਂ ਨੇ ਪੈਸੇ ਲਈ ਉਹਨੂੰ ਜਿੱਦ ਨਹੀਂ ਕਰਨੀ, ਉਹਨੂੰ ਕਹਿਣਾ ਤੂੰ ਫਿਲਮ ਪੂਰੀ ਕਰ ਯਾਰ, ਮੈਨੂੰ ਬਾਅਦ ਚ ਪੈਸੇ ਦੇ ਦੇ। ਔਰ ਇੱਕ ਉਹਨਾਂ ਨੇ ਹੋਰ ਉਸ ਤੋਂ ਇਲਾਵਾ ਡੋਨੇਸ਼ਨ ਬੜੀ ਕਰਦੇ ਸਨ, ਜਿਹੜੇ ਵੀ ਗਰੀਬ ਪਰਿਵਾਰ ਹੁੰਦੇ ਸੀ, ਔਰ ਖਾਸ ਕਰ ਜੋ ਵੀ ਆਪਣਾ ਕੋਈ ਪੰਜਾਬੀ ਭਾਈਚਾਰੇ ਤੋਂ ਗਰੀਬ ਪਰਿਵਾਰ ਹੁੰਦਾ ਸੀ, ਉਹਨੂੰ ਬੜਾ ਸਪੋਰਟ ਕਰਦੇ ਸੀ। ਬਸ ਇਹਨਾਂ ਸ਼ਬਦਾਂ ਨਾਲ ਮੈਂ ਮਾਫੀ ਚਾਹਾਂਗਾ ਜੀ। ਤੇ ਬਹੁਤ ਬਹੁਤ ਧੰਨਵਾਦ ਸਭ ਦਾ, ਡਾਇਸ ਤੇ ਦਿਲਬਾਗ ਸਿੰਘ ਜੀ, ਮੇਘਰਾਜ ਸਿੰਘ ਜੀ, ਤੁਹਾਡਾ ਕਿ ਤੁਸੀਂ ਇੱਕ ਬਹੁਤ ਅੱਛਾ ਪ੍ਰੋਗਰਾਮ ਲਿਖ ਕੇ ਜਿਹੜੇ ਸਾਡੇ ਪੰਜਾਬ ਦੇ ਦੋ ਅੱਛੇ ਰੋਲ ਮਾਡਲ ਹੈ, ਜਿਨ੍ਹਾਂ ਦੀ ਇੱਕ ਵਿਡੰਬਨਾ ਹੈ ਕਿ ਉਹ ਇੱਕੋ ਦਿਨ 'ਚ ਗਏ ਨੇ,
ਦੋਵੇਂ 31 ਜੁਲਾਈ ਨੂੰ ਦੋ ਗਏ ਨੇ, ਤੇ ਉਹਨਾਂ ਦੋਨਾਂ ਨੂੰ ਤੁਸੀਂ ਯਾਦ ਕੀਤਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ